ਤੋ ਹਾਲੇ ਬਾਲ ਉਮਰ ਹੀ ਕਹਿ ਸਕਦੇ ਸੀ ਇਹਦੀ, ਦਾੜਾ ਨਹੀਂ ਸੀ ਉਤਰਿਆ। ਤੋ 17-18 ਵਰ੍ਹਿਆਂ ਦੀ ਉਮਰ ਦਾ ਹੋਣ ਕਰਕੇ ਇਹਨੇ ਆਪਣੇ ਸਰੀਰ ਦੇ ਉੱਤੇ ਲੜਕੀਆਂ ਵਾਲੇ, ਔਰਤਾਂ ਵਾਲੇ ਜਿਹੜੇ ਕੱਪੜੇ ਹੁੰਦੇ ਆ, ਬਸਤਰ ਹੁੰਦੇ ਆ, ਉਹ ਬਸਤਰ ਇਹਨੇ ਆਪਣੇ ਸਰੀਰ ਤੇ ਧਾਰਨ ਕਰ ਲਏ। ਮਾਤਨ ਪਾਸ ਪ੍ਰਵੇਸ਼ਿਓ ਜਾਏ। ਇਹ ਚੱਲ ਕੇ ਸਿੱਧਾ ਆਨੰਦਪੁਰ ਸਾਹਿਬ ਪਹੁੰਚਿਆ ਤੇ ਚਿਹਰਾ ਵੀ ਢੱਕਿਆ ਜਿਹਾ ਹੋਇਆ, ਪਛਾਣ ਨਾ ਆਵੇ ਕਿ ਔਰਤ ਹੈ ਕਿ ਮਰਦ ਹੈ, ਪੁਰਸ਼ ਹੈ। ਤੋ ਇਹ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ, ਜਿੱਥੇ ਮਾਤਾਵਾਂ ਦੇ ਮਹਿਲ ਸਨ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਮਾਤਾ ਗੁਜਰੀ ਜੀ ਜਿੱਥੇ ਰਹਿੰਦੇ ਸਨ, ਉੱਥੇ ਮਹਿਲਾਂ ਵਿੱਚ ਸਿੱਧਾ ਆ ਕੇ ਪ੍ਰਵੇਸ਼ ਕੀਤਾ। ਨਾਮ ਤਖਤ ਮਲ ਕਈਏ ਤਾਏ। ਇਸ ਮਸੰਦ ਦਾ ਨਾਮ ਭਾਈ ਬਖਤ ਮਲ ਹੈ। ਤਖਤ ਮਲ ਨਾਮ ਦਾ ਵੀ ਇੱਕ ਮਸੰਦ ਹੈ, ਇਹ ਭਾਈ ਬਖਤ ਮਲ ਹੈ। ਕਾਬਲ ਦੇ ਇਲਾਕੇ 'ਚ, ਨੱਕੇ ਦੇ ਇਲਾਕੇ ਵਿੱਚ ਮਸੰਦੀ ਕਰਦਾ ਸੀ। ਗੁਰੂ ਘਰ ਦੇ ਵਿੱਚ ਜਿਹੜੀਆਂ 6 ਬਖਸ਼ਿਸ਼ਾਂ ਚੱਲਦੀਆਂ ਨੇ ਉਦਾਸੀ ਸੰਪਰਦਾ ਦੀਆਂ, ਉਹਨਾਂ ਉਦਾਸੀ ਸੰਪਰਦਾਵਾਂ ਵਿੱਚੋਂ ਇੱਕ ਬਖਤ ਮੱਲੀਏ ਹਨ। ਉਹ ਇਹ ਭਾਈ ਬਖਤ ਮੱਲ ਤੋਂ ਚੱਲੇ ਨੇ। ਕਲਗੀਧਰ ਦੀ ਬਖਸ਼ਿਸ਼ ਹੈ। 6 ਬਖਸ਼ਿਸ਼ਾਂ ਹਨ, 4 ਧੂਣੇ ਹਨ, ਉਦਾਸੀਆਂ ਦੇ 10 ਮੁਖੀਆਂ ਨੇ। ਉਹਨਾਂ 6 ਬਖਸ਼ਿਸ਼ਾਂ 'ਚੋਂ ਇੱਕ ਬਖਸ਼ਿਸ਼ ਬਖਤ ਮੱਲੀਆਂ ਦੀ ਹੈ, ਉਹਨਾਂ ਦਾ ਵਡੇਰਾ ਹੈ। ਕਲਗੀਧਰ ਜੀ ਨੇ ਇਹਨਾਂ 'ਤੇ ਬਖਸ਼ਿਸ਼ ਕੀਤੀ ਹੈ। ਬੜਾ ਭਾਰੀ ਪ੍ਰਚਾਰ ਉਸ ਇਲਾਕੇ ਦੇ ਵਿੱਚ, ਕਾਬਲ ਦੇ ਇਲਾਕੇ 'ਚ ਇਹਨਾਂ ਬਖਤ ਮੱਲੀਆਂ ਨੇ ਕੀਤਾ ਕਿਸੇ ਸਮੇਂ। ਅਤੇ ਉਹਦੀ ਇਹ ਕਥਾ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਕਹਿੰਦੇ ਇਹਦਾ ਨਾਮ ਭਾਈ ਬਖਤ ਮੱਲ ਹੈ। ਇਹ ਸਤਿਗੁਰੂ ਜੀ ਦੇ ਮਹਿਲਾਂ ਵਿੱਚ ਇਸਤਰੀਆਂ ਦਾ ਭੇਸ ਬਣਾ ਕੇ ਪਹੁੰਚਿਆ ਹੈ। ਗੁਰ ਤੇ ਧਰਿਓ ਤਰਾਸ ਮਨ ਮਾਏ। ਸਤਿਗੁਰੂ ਜੀ ਦਾ ਭੈ, ਮਹਾਰਾਜ ਜੀ ਦਾ ਡਰ ਇਸ ਨੇ ਆਪਣੇ ਮਨ ਵਿੱਚ, ਹਿਰਦੇ ਵਿੱਚ ਧਾਰਨ ਕੀਤਾ ਹੈ। ਤਬ ਜੀਤੋ ਸੁੰਦਰੀ ਤਿਸ ਹੇਰਾ। ਸਤਿਕਾਰਯੋਗ ਮਾਤਾ ਜੀਤੋ ਜੀ, ਸਤਿਕਾਰਯੋਗ ਮਾਤਾ ਸੁੰਦਰੀ ਜੀ ਨੇ ਭਾਈ ਬਖਤ ਮੱਲ ਨੂੰ ਵੇਖਿਆ। ਪਰਿਓ ਸ਼ਰਨ ਪੈ ਪੀਤ ਬਡੇਰਾ। ਵੇਖਿਆ ਕਿ ਭਾਈ ਬਖਤ ਮੱਲ ਡਰਿਆ ਹੋਇਆ, ਭੈ ਭੀਤ ਹੈ, ਔਰ ਸਾਡੀ ਸ਼ਰਨ ਵਿੱਚ, ਮਾਤਾਵਾਂ ਦੀ ਸ਼ਰਨ ਦੇ ਵਿੱਚ ਆ ਕੇ ਪਿਆ ਹੈ। ਰੱਛਾ ਕਰਨ ਉਚਿਤ ਮਨ ਜਾਨਾ। ਮਾਤਾ ਜੀ ਹੋਣਾ ਨੇ ਵੇਖਿਆ ਸ਼ਰਨ ਵਿੱਚ ਆਇਆ, ਤੇ ਸ਼ਰਨ ਆਏ ਨੂੰ ਪਾਲਣਾ ਗੁਰੂ ਘਰ ਦਾ ਬਿਰਦ ਹੈ। ਸ਼ਰਨ ਆਇਆਂ ਦੀ ਰੱਖਿਆ ਕਰਨੀ ਗੁਰੂ ਘਰ ਦਾ ਬਿਰਦ ਹੈ। ਇਹ ਪਰਮ ਪੁਰਾਤਨ ਬਿਰਦ ਹੈ ਗੁਰੂ ਘਰ ਦਾ। ਤੋ ਇਸ ਦੀ ਵੀ ਰੱਖਿਆ ਕਰਨੀ ਬਣ ਆਉਂਦੀ ਹੈ। ਧੀਰਜ ਦੇ ਬੇਤ ਬਖਾਨਾ। ਉਸ ਵੇਲੇ ਬਖਤ ਮੱਲ ਮਸੰਦ ਨੂੰ ਧੀਰਜ ਦੇਣ ਵਾਸਤੇ ਮਾਤਾ ਜੀ ਹੋਣਾ ਨੇ ਬਚਨ ਕੀਤਾ। ਤਿਆਗ ਦੇ ਤੂੰ ਅਬ ਡਰ ਗਿਣਤੀ। ਆਖਿਆ ਭਾਈ ਬਖਤ ਮੱਲ ਜੀ, ਆ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਡਰ ਭੈ ਦੀਆਂ, ਇਹ ਹੁਣ ਤੁਸੀਂ ਛੱਡ ਦਿਓ, ਕਿਉਂਕਿ ਤੁਸੀਂ ਸ਼ਰਨ ਆ ਗਏ ਹੋ। ਜਿਹੜਾ ਸ਼ਰਨ ਆ ਜਾਂਦਾ ਸਤਿਗੁਰੂ ਜੀ ਉਹਨੂੰ ਗਲ ਨਾਲ ਲਾਉਂਦੇ ਨੇ, ਸਤਿਗੁਰਾਂ ਦਾ ਬਿਰਦ ਹੈ। ਇਸ ਕਰਕੇ ਤੁਸੀਂ ਹੁਣ ਆਪਣੇ ਮਨ ਦੀਆਂ ਜਿਹੜੀਆਂ ਡਰ ਦੀਆਂ ਗਿਣਤੀਆਂ ਨੇ, ਇਹ ਛੱਡ ਦਿਓ, ਤਿਆਗ ਦਿਓ। ਪ੍ਰਭੂ ਸਾਥ ਪਨੇ ਬਹੁ ਬੇਨਤੀ। ਅਸੀਂ ਸਤਿਗੁਰੂ ਜੀ ਨੂੰ ਤੁਹਾਡੇ ਵੱਲੋਂ ਬੇਨਤੀ ਕਰਾਂਗੀਆਂ। ਤੁਸੀਂ ਮਾਤਾਵਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਅਸੀਂ ਸਤਿਗੁਰੂ ਕਲਗੀਧਰ ਜੀ ਨੂੰ ਤੇਰੇ ਵੱਲੋਂ ਬੇਨਤੀ ਕਰਾਂਗੀਆਂ। ਜਿਉਂ ਕਿਉਂ ਕਰੇ ਬਚਾਵਨ ਤੇਰੋ। ਜਿਵੇਂ ਕਿਵੇਂ ਕਰਕੇ ਤੇਰਾ ਬਚਾਅ ਕਰਾਂਗੇ। ਬਾਕੀ ਮਸੰਦਾਂ ਵਾਂਗੂ ਤੇਰੀ ਹਾਲਤ ਨਹੀਂ ਹੋਣ ਦਿਆਂਗੇ। ਬਾਕੀ ਮਸੰਦ ਜਿਨ੍ਹਾਂ ਨੂੰ ਸਜ਼ਾ ਮਿਲ ਰਹੀ ਹੈ, ਤਾੜਨਾ ਮਿਲ ਰਹੀ, ਉਹ ਖੋਟੇ ਨੇ, ਉਹਨਾਂ ਦੀਆਂ ਖੁਟਿਆਈਆਂ ਨੇ, ਭੈੜੇ ਕਰਮ ਨੇ। ਤੁਹਾਨੂੰ ਅਸੀਂ ਉਹਨਾਂ ਨਾਲ ਨਹੀਂ ਰਲਣ ਦਿਆਂਗੇ। ਤੁਹਾਡੀ ਜਿਵੇਂ ਕਿਵੇਂ ਕਰਕੇ ਰੱਖਿਆ ਕਰਾਂਗੇ। ਔਰ ਸਿਮਰੋ ਗੁਰ ਨਾਮ ਬਡੇਰੇ। ਤੁਸੀਂ ਆਪਣੇ ਹਿਰਦੇ 'ਚ ਸਤਿਗੁਰੂ ਜੀ ਦਾ ਨਾਮ ਸਿਮਰੋ। ਸਤਿਗੁਰੂ ਜੀ ਦੇ ਨਾਮ ਨੂੰ ਅਰਾਧੋ, ਧਿਆਵੋ ਤੇ ਬੇਫਿਕਰ ਹੋ ਜਾਓ। ਇੱਕ ਕੋਸ਼ਟ ਮੈਂ ਤਾਏ ਬਿਠਾਏ। ਉਸ ਵਕਤ ਮਾਤਾ ਜੀ ਹੋਣਾ ਨੇ ਇੱਕ ਕੋਠਾ ਸੀ ਮਹਿਲਾਂ ਵਿੱਚ, ਉਹਦੇ ਵਿੱਚ ਹੀ ਬਖਤ ਮੱਲ ਨੂੰ ਬਿਠਾ ਦਿੱਤਾ ਵੀ ਤੂੰ ਇੱਥੇ ਬੈਠਾ ਰਹਿ, ਕਿਉਂਕਿ ਜੇ ਬਾਹਰ ਚਲਾ ਗਿਆ, ਸੇਵਕ ਸਿੱਖ ਜਿਹੜੇ ਨੇ ਤੇ ਮਸੰਦਾਂ ਨੂੰ ਲੱਭਦੇ ਫਿਰਦੇ ਆ, ਕਿਸੇ ਸਿੱਖ ਦੀ ਨਿਗਾਹ 'ਚ ਪੈ ਗਿਆ ਤੇ ਇਹ ਨਾ ਹੋਵੇ ਸਾਡੇ ਬਚਾਉਣ ਤੋਂ ਪਹਿਲਾਂ ਹੀ ਕਿਤੇ ਸੋਧਾ ਨਾ ਲੱਗ ਜਾਏ।
ਇਸ ਕਰਕੇ ਤੂੰ ਇੱਥੇ ਕੋਠੇ ਦੇ ਵਿੱਚ ਲੁਕ ਕੇ ਬੈਠਾ ਰਹਿ, ਜਦੋਂ ਤੱਕ ਅਸੀਂ ਕਲਗੀਧਰ ਦੇ ਚਰਨਾਂ ਵਿੱਚ ਤੇਰੀ ਬੇਨਤੀ ਨਾ ਕਰੀਏ। ਗਈ ਇਕੰਤ ਕੰਤ ਕੋ ਪਾਏ। ਏਦਾਂ ਭਾਈ ਬਖਤਮਲ ਮਸੰਦ ਨੂੰ ਇੱਕ ਕੋਠੇ ਵਿੱਚ ਰੱਖ ਕੇ ਮਾਤਾ ਜੀ ਹੋਣੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਜਿੱਥੇ ਸਾਹਿਬ ਜੀ ਮਹਿਲਾਂ ਚਾਹੁੰਦੇ ਸਨ, ਇਕਾਂਤ ਵਿੱਚ ਵੇਖ ਕੇ ਸਤਿਗੁਰਾਂ ਨੂੰ ਮਾਤਾ ਜੀ ਗਏ। ਹੱਥ ਜੋੜ ਕਰ ਬਿਨੇ ਬਖਾਨੀ। ਹੱਥ ਜੋੜ ਕੇ ਮਾਤਾ ਸੁੰਦਰੀ ਜੀ ਨੇ, ਮਾਤਾ ਜੀਤੋ ਜੀ ਨੇ ਕਲਗੀਧਰ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸ਼੍ਰੀ ਪ੍ਰਭ ਤੁਮ ਤੇ ਕਛੂ ਨ ਛਾਨੀ। ਹੇ ਅੰਤਰਯਾਮੀ ਸਤਿਗੁਰੂ, ਤੁਹਾਡੇ ਤੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੈ। ਤੁਸੀਂ ਸਭ ਦੀਆਂ ਦਿਲਾਂ ਦੀਆਂ ਜਾਣਨ ਵਾਲੇ ਹੋ। ਕਿੱਥੇ ਕੀ ਵਰਤਦਾ ਹੈ, ਕਿੱਥੇ ਕੀ ਹੁੰਦਾ ਹੈ, ਉਹ ਤੁਸੀਂ ਜਾਣਦੇ ਹੋ। ਹਿਰਦੈ ਦੀਨ ਹੋਏ ਪਰੈ ਜੋ ਸ਼ਰਨੀ। ਮਹਾਰਾਜ, ਤੁਹਾਡੇ ਘਰ ਦਾ ਇਹ ਬਿਰਦ ਹੈ ਜਿਹੜਾ ਆਪਣੇ ਹਿਰਦੇ 'ਚ ਦੀਨ ਹੋ ਕੇ ਤੁਹਾਡੀ ਸ਼ਰਨ ਵਿੱਚ ਪੈਂਦਾ ਹੈ। ਤਿਸ ਕੀ ਕਰਨ ਗੋਪਤਾ ਬਰਨੀ। ਮਹਾਰਾਜ, ਉਹਦੀ ਰੱਖਿਆ ਕਰਨੀ ਆਪ ਜੀ ਨੇ ਵਰਣਨ ਕੀਤਾ ਹੈ ਕਿ ਜਿਹੜਾ ਤੁਹਾਡੀ ਸ਼ਰਨ 'ਚ ਆਵੇ, ਗੁਰੂ ਘਰ ਦੀ ਸ਼ਰਨ 'ਚ ਆਵੇ, ਉਹਦੀ ਰੱਖਿਆ ਕਰਨੀ, ਇਹ ਆਪ ਜੀ ਨੇ ਵਰਣਨ ਕੀਤਾ, ਆਪ ਜੀ ਨੇ ਹੁਕਮ ਕੀਤਾ ਹੈ। ਇਵੇਂ ਉਪਦੇਸ਼ੋ ਅਰ ਪ੍ਰਣ ਧਾਰੋ। ਇਹੀ ਉਪਦੇਸ਼ ਤੁਸੀਂ ਆਪਣੇ ਸਿੱਖਾਂ ਨੂੰ ਦਿੰਦੇ ਹੋ ਕਿ ਜਿਹੜਾ ਸ਼ਰਨ ਆਵੇ ਉਹਨੂੰ ਨਹੀਂ ਮਾਰਨਾ, ਔਰ ਆਪਣਾ ਪ੍ਰਣ ਵੀ ਤੁਹਾਡਾ ਇਹੀ ਹੈ ਕਿ ਜਿਹੜਾ ਤੁਹਾਡੀ ਸ਼ਰਨ ਆਉਂਦਾ ਉਹਨੂੰ ਰੱਖਦੇ ਹੋ। ਅਹੈ ਧਰਮ ਇਮ ਪਰ ਉਪਕਾਰੋ। ਮਹਾਰਾਜ, ਇਹ ਆਪ ਜੀ ਦਾ ਮਹਾਨ ਪਰਉਪਕਾਰ ਹੈ, ਇਹ ਆਪ ਜੀ ਦਾ ਧਰਮ ਹੈ, ਆਪ ਜੀ ਦਾ ਪ੍ਰਣ ਹੈ ਪਰਉਪਕਾਰ ਕਰਨਾ। ਕਹੇ ਕਹਾਂ ਜੋ ਨੱਕੇ ਦੇਸ਼। ਮਹਾਰਾਜ, ਨੱਕੇ ਦੇ ਇਲਾਕੇ ਤੋਂ, ਜੋ ਨੱਕੇ ਦਾ ਬੜਾ ਵੱਡਾ ਦੇਸ਼ ਹੈ, ਹੁਤੋ ਮਸੰਦ ਸਤਰਾਸ ਵਿਸ਼ੇਸ਼। ਮਹਾਰਾਜ, ਉੱਥੋਂ ਦਾ ਇੱਕ ਮਸੰਦ ਆਇਆ, ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਬੜਾ ਡਰਿਆ ਹੋਇਆ, ਬੜਾ ਸਹਿਮਿਆ ਹੋਇਆ ਹੈ। ਧਰ ਤ੍ਰੀਮਤ ਕੋ ਤਨ ਮੈਂ ਬੇਸਾ। ਮਹਾਰਾਜ, ਇੱਥੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਕਿੰਨਾ ਡਰਿਆ ਹੋਵੇਗਾ ਕਿ ਉਹਨੇ ਤ੍ਰੀਮਤਾਂ ਵਾਲੇ, ਇਸਤਰੀਆਂ ਵਾਲੇ ਕੱਪੜੇ ਸਰੀਰ ਤੇ ਧਾਰਨ ਕੀਤੇ ਨੇ ਉੱਥੋਂ ਬਚ ਕੇ ਨਿਕਲਣ ਵਾਸਤੇ। ਕਿੰਨਾ ਡਰਿਆ ਹੋਵੇਗਾ, ਇੱਥੋਂ ਅੰਦਾਜ਼ਾ ਲੱਗ ਸਕਦਾ ਹੈ ਕਿੰਨਾ ਭੈ ਭੀਤ ਹੋਵੇਗਾ ਕਿ ਇਸਤਰੀਆਂ ਵਾਲੇ ਵਸਤਰ ਧਾਰਨ ਕਰਕੇ, ਤ੍ਰਿਮਤਾਂ ਵਾਲੇ ਕੱਪੜੇ ਧਾਰਨ ਕਰਕੇ ਉਹ ਆਪ ਜੀ ਦੀ ਸ਼ਰਨ ਵਿੱਚ ਆਇਆ ਹੈ। ਅੰਤੈਪੁਰ ਮੈਂ ਆਨ ਪ੍ਰਵੇਸ਼ਾ। ਮਹਿਲਾਂ ਦੇ ਵਿੱਚ ਆ ਕੇ ਤਿਸਨੇ ਪ੍ਰਵੇਸ਼ ਕੀਤਾ, ਸਾਡੇ ਚਰਨਾਂ 'ਚ ਆ ਕੇ ਬੇਨਤੀ ਕੀਤੀ ਹੈ। ਅਬਲੋ ਨਹੀਂ ਸ਼ਮਸ ਮੁਖ ਆਈ। ਮਹਾਰਾਜ, ਹਾਲੇ ਉਹਦੇ ਚਿਹਰੇ ਤੇ ਦਾੜਾ ਵੀ ਨਹੀਂ ਆਇਆ, ਮੁਖ ਦੇ ਉੱਤੇ ਹਾਲੇ ਦਾੜਾ ਵੀ ਨਹੀਂ ਆਇਆ। ਕੋਈ ਬਹੁਤੀ ਲੰਮੀ ਵੱਡੀ ਉਮਰ ਨਹੀਂ ਹੈ, ਹਾਲੇ ਗੱਭਰੂ ਉਮਰ ਹੈ ਉਸ ਬਾਲਕ ਦੀ। ਤਰਾਸੇ ਆਪ ਕੋ ਪਾਏ ਗੁਸਾਈ। ਇਹ ਜਗਤ ਗੁਸਾਈ, ਉਹਨੇ ਆਪ ਜੀ ਦਾ ਤਰਾਸ, ਆਪ ਜੀ ਦਾ ਡਰ ਤੇ ਭੈ ਆਪਣੇ ਹਿਰਦੇ ਵਿੱਚ ਮੰਨਿਆ, ਕਬੂਲ ਕੀਤਾ। ਸਤਿਗੁਰੂ ਜੀ, ਜਿਹੜੇ ਤੁਹਾਡਾ ਭੈ ਮੰਨਦੇ ਨੇ ਉਹੀ ਤੁਹਾਡੇ ਨਾਲ ਭਾਉ ਪ੍ਰੇਮ ਕਰਦੇ ਹਨ। ਬਿਨ ਭੈ ਤੋਂ ਭਗਤੀ ਨਹੀਂ ਉਪਜਦੀ। ਉਹ ਇਸ ਕਰਕੇ ਤਿਸ ਨੇ ਆਪ ਜੀ ਦਾ ਭੈ ਆਪਣੇ ਹਿਰਦੇ 'ਚ ਧਾਰਨ ਕੀਤਾ ਹੋਇਆ ਹੈ। ਛਪਿਓ ਸਦਨ ਮੈਂ ਸ਼ਰਨੀ ਪਰਿਓ। ਮਹਾਰਾਜ, ਉਹ ਘਰ ਦੇ ਵਿੱਚ ਅੰਦਰ ਛੁਪਿਆ ਬੈਠਾ ਹੈ ਔਰ ਆਪ ਜੀ ਦੀ ਪਵਿੱਤਰ ਪਾਵਨ ਸ਼ਰਨ ਵਿੱਚ ਸ਼ਰਨ 'ਚ ਪਿਆ ਹੈ। ਜੇ ਅਪਰਾਧ ਬੋਤਈ ਕਰਿਓ। ਮਹਾਰਾਜ ਜੀ, ਜੇ ਉਹਨੇ ਕੋਈ ਅਪਰਾਧ ਕੀਤਾ ਵੀ ਹੈ, ਜੇ ਉਹਦੇ ਕੋਲੋਂ ਕੋਈ ਭੁੱਲ ਹੋਈ ਵੀ ਹੈ, ਤਉ ਬਖਸ਼ ਬੇ ਉਚਿਤ ਬਖਾਨੋ। ਫਿਰ ਵੀ ਮਹਾਰਾਜ ਜੀ ਹੁਣ ਉਹ ਬਖਸ਼ਣ ਯੋਗ ਹੈ। ਕਿਉਂ? ਕਿਉਂਕਿ ਸ਼ਰਨ ਆ ਗਿਆ ਹੈ। ਤੇ ਤੁਹਾਡਾ ਇਹ ਧਰਮ ਹੈ, ਬਿਰਦ ਹੈ, ਜਿਹੜਾ ਸ਼ਰਨ ਆਉਂਦਾ ਉਹਨੂੰ ਰੱਖਦੇ ਹੋ ਮਹਾਰਾਜ। ਜੇ ਉਹਦੇ ਕੋਲੋਂ ਕੋਈ ਅਪਰਾਧ ਹੋਇਆ ਵੀ ਹੋਵੇ, ਫਿਰ ਵੀ ਮਹਾਰਾਜ ਹੁਣ ਉਹ ਬਖਸ਼ਣ ਯੋਗ ਹੈ, ਉਹਨੂੰ ਬਖਸ਼ ਲਵੋ। ਆਨ ਹਮਾਰੇ ਟਿਗ ਕੇ ਗਿਆਨੋ। ਮਹਾਰਾਜ ਜੀ, ਸਾਡੇ ਕੋਲ ਆ ਕੇ ਉਹ ਕਿਗਿਆਇਆ ਹੈ, ਰੋ ਰੋ ਕੇ ਉਹਨੇ ਪੁਕਾਰਾਂ ਕੀਤੀਆਂ ਹਨ। ਸੁਨ ਕਰ ਕਰਮ ਮਸੰਦ ਜੋ ਕੀਨ। ਮਸੰਦ ਦਾ ਇਹ ਕਰਮ ਸੁਣ ਕੇ
ਕਿ ਇਸਤਰੀਆਂ ਵਾਲਾ ਭੇਸ ਬਣਾ ਕੇ ਬਖਤਮਲ ਆਇਆ ਹੈ। ਇਹ ਸੁਣ ਕੇ ਕਲਗੀਧਰ ਸੁਆਮੀ ਜੀ ਬਿਗਸੇ ਸਤਿਗੁਰ ਬਖਸ਼ ਸੁਦੀਨ। ਮਹਾਰਾਜ ਜੀ ਮੁਸਕਰਾ ਪਏ ਤੇ ਆਖਿਆ, ਭਾਈ ਗੁਰੂ ਘਰ ਵਿੱਚ ਜਿਹੜੀਆਂ ਬਖਸ਼ਿਸ਼ਾਂ ਨੇ ਉਹਦੇ ਚੋਂ ਇੱਕ ਬਖਸ਼ਿਸ਼ ਅਸੀਂ ਇਹਨੂੰ ਬਖਸ਼ਦੇ ਹਾਂ। ਬਖਸ਼ ਦਿੱਤਾ ਮਹਾਰਾਜ। ਬੜੇ ਵੱਡੇ ਬਖਸ਼ੰਦ ਨੇ। ਉਦਾਸੀਆਂ ਦੀਆਂ ਜਿਹੜੀਆਂ 6 ਬਖਸ਼ਿਸ਼ਾਂ ਨੇ ਉਹਨਾਂ ਵਿੱਚੋਂ ਇੱਕ ਬਖਸ਼ਿਸ਼ ਭਾਈ ਬਖਤਮਲ ਨੂੰ ਹੋਈ ਸਤਿਗੁਰਾਂ ਵੱਲੋਂ। ਅੱਗੇ ਭਾਈ ਫੇਰੂ ਦੀ ਬਖਸ਼ਿਸ਼ ਵੀ ਉਹਨਾਂ ਕਲਗੀਧਰ ਸੁਆਮੀ ਜੀ ਵੱਲੋਂ ਹੋਈ ਹੈ। ਤੋ ਇਸੇ ਤਰ੍ਹਾਂ ਜੀਤ ਮੱਲੀਏ, ਬਖਤ ਮੱਲੀਏ, ਸੇਵਾ ਪੰਥੀ, ਸੁਥਰੇ ਸ਼ਾਹੀ, ਇੱਦਾਂ ਇਹ 6 ਬਖਸ਼ਿਸ਼ਾਂ ਨੇ ਉਦਾਸੀ ਸੰਪਰਦਾ ਦੀਆਂ। ਇਹ ਸਾਡੀਆਂ ਸੰਪਰਦਾਵਾਂ ਹਨ ਗੁਰੂ ਖਾਲਸਾ ਜੀ, ਜੋ ਪੁਰਾਤਨ ਸਮੇਂ ਤੋਂ ਗੁਰੂ ਘਰ ਦੇ ਨਾਲ ਚੱਲਦੀਆਂ ਆ ਰਹੀਆਂ। ਕੁਝ ਸੰਪਰਦਾਵਾਂ ਤਾਂ ਬਿਲਕੁਲ ਅਲੋਪ ਹੀ ਹੋ ਗਈਆਂ ਨੇ, ਜਿਨ੍ਹਾਂ ਦਾ ਅੱਜ ਸਾਨੂੰ ਪਤਾ ਹੀ ਨਹੀਂ ਹੈ, ਜਿਵੇਂ ਕਿ ਭਗਤ ਪੰਥੀਆਂ ਦਾ ਨਹੀਂ ਪਤਾ। ਉਹ ਭਗਤ ਪੰਥੀ ਸੰਪਰਦਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੰਪਰਦਾ ਹੈ, ਜਿਨ੍ਹਾਂ ਨੇ ਸਮੇਂ-ਸਮੇਂ ਬਹੁਤ ਭਾਰੀ ਪ੍ਰਚਾਰ ਗੁਰਸਿੱਖੀ ਦਾ ਕੀਤਾ ਹੈ। ਉਹਨਾਂ ਵਿੱਚੋਂ ਇੱਕ ਬਖਸ਼ਿਸ਼ ਭਾਈ ਬਖਤਮਲ ਸਾਹਿਬ ਜੀ ਤੋਂ ਚੱਲੀ ਹੈ। ਤੇ ਬਖਤਮਲੀਆਂ ਦੀ ਸੰਪਰਦਾ ਵੀ ਤਕਰੀਬਨ ਹੁਣ ਉਦਾਸੀਆਂ ਵਿੱਚ ਮਰਜ ਹੋਣ ਕਰਕੇ ਇਹ ਵੀ ਤਕਰੀਬਨ ਸਮਾਪਤੀ ਹੋ ਗਈ ਹੈ। ਕੋਈ ਵਿਰਲੇ ਵਿਰਲੇ ਮਹਾਤਮਾ ਸਾਧੂ ਹੋਣਗੇ ਇਸ ਬਖਤਮਲੀਏ ਸੰਪਰਦਾ ਵਿੱਚੋਂ, ਨਹੀਂ ਤਾਂ ਉਦਾਸੀਆਂ ਨੇ ਤਾਂ ਤਕਰੀਬਨ ਸਿੱਖ ਪੰਥ ਨੇ ਉਹਨਾਂ ਨੂੰ ਆਪਣੇ ਤੋਂ ਦੂਰ ਹੀ ਕਰ ਦਿੱਤਾ, ਛੇਕ ਹੀ ਦਿੱਤਾ ਹੈ। ਵਿਰਲੇ ਵਿਰਲੇ ਉਦਾਸੀਨ ਸੰਪਰਦਾ ਦੇ ਮਹਾਂਪੁਰਸ਼ ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋਏ ਹਨ। ਸੋ ਇਹ ਸੰਪਰਦਾ ਉਦਾਸੀਆਂ ਦੀ ਗੁਰੂ ਨਾਨਕ ਸਾਹਿਬ ਦੇ ਘਰੋਂ ਚੱਲੀ। ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਹੁਕਮ ਕਰਕੇ ਇਹ ਸੰਪਰਦਾ ਦਾ ਬਾਨੀ ਬਣਾਇਆ ਹੈ। ਮੁੱਢ ਗੁਰੂ ਨਾਨਕ ਸਾਹਿਬ ਹੀ ਹਨ। ਤੋ ਭਾਈ ਬਖਤਮਲ ਦੀ ਜਿਹੜੀ ਬਖਸ਼ਿਸ਼ ਹੈ ਉਹ ਫਿਰ ਕਲਗੀਧਰ ਜੀ ਨੇ ਬਖਸ਼ਿਸ਼ ਕਰਕੇ ਚਲਾਈ। ਇਸ ਬਿਦ ਕੇ ਚਿਤ ਡਰਤ ਮਸੰਦ। ਏਦਾਂ ਜਿਹੜੇ ਮਸੰਦ ਨੇ ਉਹ ਡਰੇ ਹੋਏ ਸਨ, ਮਹਾਰਾਜ ਜੀ ਤੋਂ ਭੈ ਭੀਤ ਸਨ। ਸ਼ਰਨ ਪਰੇ ਸ਼ਰਧਾਲੂ ਬਿਲੰਦ। ਕਈ ਸ਼ਰਧਾਲੂ ਮਸੰਦ ਜਿਹੜੇ ਨੇ ਉਹ ਆ ਕੇ ਸਤਿਗੁਰਾਂ ਦੀ ਸ਼ਰਨ ਪੈ ਗਏ। ਸੋ ਬਖਸ਼ੇ ਪੇ ਗੁਰ ਅਨੁਸਾਰੀ। ਜਿਹੜੇ ਮਸੰਦ ਸਤਿਗੁਰਾਂ ਦੀ ਸ਼ਰਨ ਚ ਆ ਗਏ ਉਹ ਮਹਾਰਾਜ ਜੀ ਨੇ ਬਖਸ਼ ਲਏ, ਉਹਨਾਂ ਨੂੰ ਬਖਸ਼ ਦਿੱਤਾ। ਉਹਨਾਂ ਨੂੰ ਪ੍ਰਚਾਰਕ ਦੀ ਮੰਜੀ ਦੇ ਕੇ ਪ੍ਰਚਾਰਕ ਥਾਪ ਦਿੱਤਾ। ਤਜ ਹੰਕਾਰ ਸੁਮਤੋਰ ਤਾਰੀ। ਔਰ ਇਸੇ ਤਰ੍ਹਾਂ ਹੰਕਾਰ ਦਾ ਤਿਆਗ ਕਰਕੇ ਤਿਨਾਂ ਨੇ ਸ਼ੁਭ ਮਤ ਜਿਹੜੀ ਹੈ ਉਹ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਈ। ਨੈ ਅਪਰਾਧ ਪ੍ਰਥਮ ਸਮ ਕਰਿਓ। ਇਹ ਜਿਹੜੀ ਬਖਤ ਮੱਲੀਆਂ ਦੀ ਗੁਰੂ ਖਾਲਸਾ ਜੀ ਸੰਪਰਦਾ ਚੱਲੀ ਉਦਾਸੀਆਂ ਦੀ, ਉਹਦੇ ਵਿੱਚ ਭਾਈ ਸਾਹਿਬ ਕਹਿੰਦੇ ਵੀ ਹੁਣ ਤਾਈਂ ਵੀ ਜਿਹੜਾ ਉਹਨਾਂ ਦਾ ਮਹੰਤ ਬਣਦਾ ਨਾ, ਪਹਿਲੇ ਦਿਨ ਜਿੱਦਣ ਮਹੰਤ ਬਣਦਾ ਹੈ ਉਹਨੂੰ ਇਸਤਰੀਆਂ ਵਾਲੇ ਹੀ ਬਸਤਰ ਪਵਾਏ ਜਾਂਦੇ ਹਨ। ਇਹ ਪਰੰਪਰਾ ਉਹਨਾਂ ਦੀ ਭਾਈ ਬਖਤਮਲ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਬਖਸ਼ਿਆ ਸੀ। ਜਦੋਂ ਮਿਲੇ ਮਹਾਰਾਜ ਜੀ ਨੂੰ ਨਾ ਇਸਤਰੀਆਂ ਵਾਲਾ ਭੇਸ ਸੀ। ਇਸ ਕਰਕੇ ਹੁਣ ਵੀ ਜਦੋਂ ਅੱਗੇ ਉਹ ਕਿਸੇ ਨੂੰ ਮਹੰਤ ਬਣਾਉਂਦੇ ਆਪਣੀ ਸੰਪਰਦਾ ਦਾ, ਤਾਂ ਉਹਦੇ ਤੇ ਪਹਿਲਾਂ ਇਸਤਰੀਆਂ ਵਾਲਾ ਜਾਮਾ, ਜਿਹੜਾ ਇਸਤਰੀਆਂ ਵਾਲਾ ਭੇਸ ਆ, ਉਹ ਧਾਰਨ ਕਰਵਾਉਂਦੇ ਹਨ। ਤੋ ਇਸ ਪ੍ਰਕਾਰ ਜਿਹੜੇ ਵੀ ਮਹਾਰਾਜ ਜੀ ਦੀ ਸ਼ਰਨ ਵਿੱਚ ਪਏ, ਸ਼ਰਧਾ ਰੱਖ ਕੇ ਪਏ, ਉਹ ਮਹਾਰਾਜ ਜੀ ਨੇ ਬਖਸ਼ ਲਏ। ਨੈ ਅਪਰਾਧ ਪ੍ਰਥਮ ਸਮ ਕਰਿਓ। ਉਹ ਅੱਗੇ ਤੋਂ ਸੁਚੇਤ ਹੋ ਗਏ। ਜੇ ਕਿਸੇ ਕੋਲੋਂ ਕੋਈ ਭੁੱਲ ਹੋਈ ਵੀ ਸੀ ਪਹਿਲਾਂ, ਅੱਗੇ ਤੋਂ ਸਾਵਧਾਨ ਹੋ ਗਏ। ਉਹਨਾਂ ਨੇ ਮੁੜ ਕਦੇ ਕੋਈ ਅਪਰਾਧ ਨਹੀਂ ਕੀਤਾ। ਸਿੱਖੀ ਭਾਓ ਭਲੇ ਚਿਤ ਧਰਿਓ। ਸਤਿਗੁਰਾਂ ਦਾ ਸਿੱਖੀ ਭਾਓ ਭਲੇ ਕਰਕੇ ਆਪਣੇ ਹਿਰਦੇ ਵਿੱਚ ਉਹਨਾਂ ਨੇ ਧਾਰਨ ਕੀਤਾ। ਇੱਕ ਦਿਨ ਆਲਮ ਸਿੰਘ ਨਜੀਕਾ। ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਆਲਮ ਸਿੰਘ ਨੱਚਣੇ ਨੂੰ ਕਹਿਣ ਲੱਗੇ। ਕੋਲ ਹੀ ਖੜੇ ਸੀ ਭਾਈ ਆਲਮ ਸਿੰਘ ਜੀ। ਭਾਈ ਆਲਮ ਸਿੰਘ ਜੀ ਮਹਾਰਾਜ ਜੀ ਦੇ ਹਜ਼ੂਰੀ ਸਿੰਘ ਸਨ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਾਬਿਆਂ ਹਮੇਸ਼ਾ ਹਾਜ਼ਰ ਰਹਿੰਦੇ ਸੀ। ਕਦੇ ਮਹਾਰਾਜ ਜੀ ਤੋਂ ਪਾਸੇ ਦੂਰ ਨਹੀਂ ਸਨ ਜਾਂਦੇ। ਰਾਤ ਨੂੰ ਪਹਿਰੇ ਤੇ ਰਹਿਣਾ, ਦਿਨ ਸਮੇਂ ਮਹਾਰਾਜ ਜੀ ਦੇ ਚਰਨਾਂ 'ਚ ਰਹਿ ਕੇ ਚਬਰ ਝੁਲਾਉਣਾ। ਸਤਿਗੁਰਾਂ ਨੇ ਆਰਾਮ ਕਰਨਾ ਤੇ ਦਰਵਾਜ਼ੇ ਦੇ ਉੱਤੇ ਬਹਿ ਜਾਣਾ ਪਹਿਰਾ ਦੇਣ ਵਾਸਤੇ।
ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਭਾਈ ਆਲਮ ਸਿੰਘ ਜੀ ਸਨ। ਤੋ ਭਾਈ ਆਲਮ ਸਿੰਘ ਜੀ ਨਾਲ ਮਹਾਰਾਜ ਕਲਗੀਧਰ ਜੀ ਦਾ ਬੜਾ ਸਨੇਹ ਸੀ। ਆਲਮ ਸਿੰਘ ਮਹਾਰਾਜ ਜੀ ਦੇ ਕੋਲ ਖੜੇ ਨੇ। ਕਲਗੀਧਰ ਪਾਤਸ਼ਾਹ ਜੀ ਦੀ ਸਭਾ ਲੱਗੀ ਹੋਈ ਹੈ। ਬੈਠਿਓ ਸਭਾ ਲੱਗੀ ਜੈਨੀਕਾ। ਜਿੱਥੇ ਮਹਾਰਾਜ ਜੀ ਦਾ ਸੁੰਦਰ ਦਰਬਾਰ ਸਜਿਆ ਹੈ, ਬਿਲਕੁਲ ਲਾਗੇ ਭਾਈ ਆਲਮ ਸਿੰਘ ਜੀ ਬੈਠੇ ਹਨ। ਗੁਰੂ ਸੁਨਾਵਨ ਹੇਤ ਬਖਾਨਾ। ਸਤਿਗੁਰੂ ਕਲਗੀਧਰ ਜੀ ਸੁਣਾਉਣ ਵਾਸਤੇ ਬੋਲੇ, ਕਹਿਣ ਲੱਗੇ, ਨੱਕੇ ਵਿਖੇ ਮਸੰਦ ਮਹਾਨਾ। ਮਹਾਰਾਜ ਜੀ ਕਹਿੰਦੇ ਨੱਕੇ ਦੇ ਇਲਾਕੇ ਵਿੱਚ, ਨੱਕੇ ਦੇ ਦੇਸ਼ ਵਿੱਚ ਬਹੁਤ ਵੱਡੇ ਭਾਰੀ ਮਸੰਦ ਰਹਿੰਦੇ ਨੇ। ਉਹਨਾਂ ਵਿੱਚੋਂ ਇੱਕ ਹੋਰ ਵੱਡਾ ਮਸੰਦ ਹੈ। ਫੇਰੂ ਨਾਮ ਅਧਿਕ ਧਨ ਪਾਵੈ। ਉਹਦਾ ਨਾਮ ਹੈ ਭਾਈ ਫੇਰੂ। ਉਹ ਬੜਾ ਧਨ ਇਕੱਠਾ ਕਰਦਾ ਗੁਰੂ ਘਰ ਦਾ। ਉਹ ਨਹੀਂ ਆਇਆ ਹਾਲੇ ਤਾਈਂ ਸਾਡੇ ਕੋਲ। ਹਾਲਾਂਕਿ ਭਾਈ ਸਾਹਿਬ ਭਾਈ ਫੇਰੂ ਜੀ ਬੜੇ ਨੇਕ ਨੀਅਤ ਇਨਸਾਨ ਸਨ, ਮਸੰਦ ਸੀ, ਪਰ ਸਤਵੇਂ ਪਾਤਸ਼ਾਹ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਹੋਈ ਸੀ, ਗੁਰੂ ਹਰਿਰਾਏ ਸਾਹਿਬ ਨੇ। ਪਰ ਗੁਰੂ ਦਾ ਕਰਤੱਵ ਹੈ, ਗੁਰੂ ਦਾ ਹੱਕ ਵੀ ਹੈ ਆਪਣੇ ਸਿੱਖ ਦੀ ਪਰਖ ਕਰਨੀ, ਕਸਵੱਟੀ ਲਾ ਕੇ ਵੇਖਣਾ ਵੀ ਖਰਾ ਉਤਰਦਾ। ਤੇ ਸਤਿਗੁਰੂ ਜੀ ਨੇ ਫਿਰ ਬਖਸ਼ਿਸ਼ਾਂ ਵੀ ਤੇ ਕਰਨੀਆਂ ਨੇ ਜੇ ਪਰਖ ਕਰਨੀ ਹੈ। ਤੋ ਸਤਿਗੁਰਾਂ ਨੇ ਲੀਲਾ ਰਚੀ। ਕਹਿੰਦੇ ਨੱਕੇ ਦੇ ਦੇਸ਼ ਦਾ ਇੱਕ ਬੜਾ ਵੱਡਾ ਪ੍ਰਸਿੱਧ ਮਸੰਦ ਹੈ ਭਾਈ ਫੇਰੂ। ਤਿਸੀ ਦੇਸ਼ ਰਹੇ ਹਰ ਖਾਵੈ। ਬੜਾ ਧਨੀ ਹੈ, ਸੁਣਿਆ ਉਹਦੇ ਕੋਲ ਬੜਾ ਧਨ ਹੁੰਦਾ ਹੈ। ਉਸੇ ਦੇਸ਼ ਦੇ ਵਿੱਚ ਉਹ ਰਹਿੰਦਾ ਹੈ। ਅਬਲੋ ਨੇ ਹਜ਼ੂਰ ਮੈਂ ਆਇਓ। ਉਹ ਹਾਲੇ ਤੱਕ ਨਹੀਂ ਆਇਆ। ਉਹਨੂੰ ਆਉਣਾ ਚਾਹੀਦਾ ਸੀ ਸਾਡੇ ਕੋਲ, ਕਿਉਂਕਿ ਜਿਹੜੇ ਮਸੰਦ ਸ਼ਰਨ ਚ ਆ ਰਹੇ ਨੇ ਉਹ ਬਖਸ਼ੇ ਜਾ ਰਹੇ ਨੇ। ਤੇ ਉਹ ਕਿਉਂ ਨਹੀਂ ਆਇਆ? ਨੱਕੇ ਤੋਂ ਜੇ ਬਖਤਮਲ ਆ ਗਿਆ, ਤਖਤਮਲ ਆ ਗਿਆ, ਤਾਂ ਫਿਰ ਉਹ ਕਿਉਂ ਨਹੀਂ ਆਇਆ? ਉਹਨੂੰ ਵੀ ਆਉਣਾ ਚਾਹੀਦਾ ਸੀ। ਹੋਏ ਦੀਨ ਨੇ ਨਿਜ ਬਖਸ਼ਾਇਓ। ਉਹਨੇ ਸਾਡੀ ਸ਼ਰਨ ਵਿੱਚ ਆ ਕੇ ਦੀਨ ਹੋ ਕੇ ਆਪਣਾ ਆਪ ਬਖਸ਼ਾਇਆ ਹੀ ਨਹੀਂ। ਕਿ ਉਹ ਆਪਣੇ ਆਪ ਨੂੰ ਸੰਪੂਰਨ ਜਾਣਦਾ? ਕਿ ਉਹ ਇਹ ਨਹੀਂ ਸਮਝਦਾ ਵੀ ਅਸੀਂ ਵੀ ਭੁੱਲਣ ਅੰਦਰ ਹਾਂ, ਗੁਰੂ ਸਾਹਿਬ ਕੋਲੋਂ ਬਖਸ਼ਾ ਲਈਏ ਭੁੱਲਾਂ ਆਪਣੀਆਂ? ਗੁਰਸਿੱਖ ਤਾਂ ਹਮੇਸ਼ਾ ਗੁਰੂ ਦੇ ਸਾਹਮਣੇ ਭੁੱਲ ਚੁੱਕ ਦੀ ਖਿਮਾ ਮੰਗਦਾ, ਭਾਵੇਂ ਨਾ ਵੀ ਕਰੇ ਫਿਰ ਵੀ ਇਹੀ ਕਹਿੰਦਾ, ਮਹਾਰਾਜ ਬਖਸ਼ ਲਓ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦਿਓ ਮਹਾਰਾਜ। ਉਹ ਕਿਉਂ ਨਹੀਂ ਆਇਆ? ਫਿਰ ਫੇਰੂ ਕਿਉਂ ਨਹੀਂ ਆਇਆ ਚੱਲ ਕੇ? ਭਾਈ ਮਸੰਦਨ ਏਤਕ ਮਾਰਾ। ਮਸੰਦਾਂ ਨੂੰ, ਜਿਹੜੇ ਖੋਟੇ ਮਸੰਦ ਨੇ, ਉਹਨਾਂ ਨੂੰ ਇਤਨੀ ਮਾਰ ਪੈ ਰਹੀ ਹੈ। ਸੁਨ ਕਰ ਨਹੀਂ ਤਰਾਸ ਉਰ ਤਾਰਾ। ਤੇ ਫੇਰੂ ਦੇ ਮਨ 'ਚ ਡਰ ਨਹੀਂ ਆਇਆ ਸਾਡਾ? ਉਹਦਾ ਮਨ ਨਹੀਂ ਡਰਿਆ, ਭੈ ਭੀਤ ਹੋਇਆ ਵੀ ਬਾਕੀ ਮਸੰਦਾਂ ਨੂੰ ਮਾਰ ਪੈਂਦੀ ਹੈ, ਕਿਤੇ ਮੈਨੂੰ ਵੀ ਨਾ ਪਵੇ? ਉਹ ਕਿਉਂ ਨਹੀਂ ਆਇਆ ਫਿਰ ਸਾਡੀ ਸ਼ਰਨ ਵਿੱਚ ਚੱਲ ਕੇ? ਤਬ ਸਤਿਗੁਰ ਸਿੱਖ ਪੰਚ ਪਠਾਏ। ਭਾਈ ਆਲਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਆਪ ਜੀ ਦਾ ਹੁਕਮ ਹੋਵੇ ਤੇ ਲੈ ਆਉਨੇ ਆ। ਕਿਹੜਾ ਨੱਕਾ ਦੂਰ ਹੈ? ਨੱਕਾ ਕਿਹੜਾ ਦੂਰ ਆ ਮਹਾਰਾਜ? ਨੱਕੇ ਦੇਸ਼ ਜਾ ਕੇ ਲੈ ਆਉਨੇ ਆ। ਉਸ ਵੇਲੇ 5 ਸਿੱਖ ਮਹਾਰਾਜ ਜੀ ਨੇ ਹੁਕਮ ਕਰਕੇ ਭੇਜੇ ਕਿ ਜਾ ਕੇ ਨੱਕੇ ਦੇ ਦੇਸ਼ ਵਿੱਚੋਂ ਭਾਈ ਫੇਰੂ ਨੂੰ ਲੈ ਕੇ ਆਓ। ਬਿਨਾ ਬਿਲਮ ਤਿਸ ਗਈ ਹੈ ਜਾਏ। ਹੁਕਮ ਕੀਤਾ ਸਤਿਗੁਰਾਂ ਨੇ ਕਿ ਬਿਨਾ ਦੇਰੀ ਤੋਂ ਜਾ ਕੇ ਨੱਕੇ ਪਹੁੰਚੋ। ਨੱਕੇ ਪਹੁੰਚਦਿਆਂ ਸਾਰ ਭਾਈ ਫੇਰੂ ਮਸੰਦ ਨੂੰ ਪਕੜ ਲਵੋ। ਕਰ ਬੰਧਨ ਕੋ ਦੋਨੋਂ ਹਾਥ। ਉਹਦੇ ਦੋਵੇਂ ਹੱਥ ਬੰਨ ਲੈਣੇ ਨੇ। ਬੰਨ ਕੇ ਮਹਾਰਾਜ ਜੀ ਨੇ, ਕਿਉਂਕਿ ਇਹ ਕਸਵੱਟੀ ਸੀ ਗੁਰੂ ਸਾਹਿਬ ਦੀ ਭਾਈ ਫੇਰੂ ਤੇ, ਮੁੜ ਕੇ ਬਖਸ਼ਿਸ਼ ਜੋ ਕਰਨੀ ਸੀ ਫੇਰੂ ਤੇ। ਕਹਿਣ ਲੱਗੇ ਉਹਦੇ ਦੋਵੇਂ ਹੱਥ ਬੰਨ ਲੈਣੇ ਹਨ। ਪਕੜੋ ਸ਼ਮਸ ਓਜ ਕੇ ਸਾਥ। ਔਰ ਉਹਦੀ ਦਾੜੀ ਫੜਨੀ ਆ। 2 ਸਿੱਖਾਂ ਨੇ ਸੱਜੇ ਖੱਬੇ ਹੋ ਕੇ ਨਾ ਦਾੜੀ ਫੜ ਕੇ ਦੋਹਾਂ ਸਿੱਖਾਂ ਨੇ ਫੇਰ ਉਹਨੂੰ ਲੈ ਕੇ ਆਉਣਾ। ਬੈਠਿਓ ਉੱਠਿਓ ਹੋਏ ਜਿਸ ਬੇਸ। ਉਹ ਜਿਸ ਵੀ ਬੇਸ 'ਚ, ਭਾਵੇਂ ਬੈਠਾ ਹੋਵੇ, ਖਲੋਤਾ ਹੋਵੇ, ਜਿਵੇਂ ਹੋਵੇ ਉਦਾਂ ਹੀ ਲੈ ਆਉਣਾ ਉਹਨੂੰ। ਇਹ ਨਹੀਂ ਵੀ ਉਹ ਆਖੇ ਮੈਂ ਕੱਪੜੇ ਬਦਲ ਲਵਾਂ, ਨਾਲ ਕੁਝ ਲੈ ਲਵਾਂ। ਕਹਿੰਦੇ ਜੇ ਬੈਠਾ ਤੇ ਉਸੇ ਤਰ੍ਹਾਂ ਹੀ ਚੁੱਕ ਲਿਆਉਣਾ, ਜੇ ਖਲੋਤਾ ਤੇ ਟੋਰ ਲਿਆਉਣਾ। ਹਮ ਟਿਗਿਆਨੋ ਜਲਦ ਵਿਸ਼ੇਸ਼। ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ
ਉਹਨੂੰ ਸਾਡੇ ਕੋਲ ਲਿਆ ਕੇ ਪੇਸ਼ ਕਰੋ, ਸਾਡੇ ਕੋਲ ਲਿਆ ਕੇ ਹਾਜ਼ਰ ਕਰੋ। ਲਿਖਿਓ ਹੁਕਮਨਾਮਾ ਬਿਦ ਸੋਈ। ਬਕਾਇਦਾ ਮਹਾਰਾਜ ਜੀ ਨੇ ਇੱਕ ਹੁਕਮਨਾਮਾ ਭਾਈ ਫੇਰੂ ਜੀ ਵਾਸਤੇ ਲਿਖ ਦਿੱਤਾ। ਲੈ ਕਰ ਚਲੇ ਉਤਾਇਲ ਹੋਈ। 5 ਸਿੱਖ ਮਹਾਰਾਜ ਜੀ ਦਾ ਹੁਕਮਨਾਮਾ ਲੈ ਕੇ ਬੜੀ ਛੇਤੀ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਨੱਕੇ ਨੂੰ ਚੱਲ ਪਏ। ਜਥਾ ਕਰਮ ਮਗ ਉਲੰਘਨ ਕਰੇ। ਜਥਾ ਕਰਮ ਚਲਦਿਆਂ ਪੈਂਡਾ ਤੈਅ ਕੀਤਾ ਸਿੱਖਾਂ ਨੇ। ਦੇਸ਼ ਦੁਆਬਾ ਤਜ ਕਰ ਚਲੇ। ਦੁਆਬੇ ਦਾ ਦੇਸ਼ ਲੰਘ ਕੇ ਗਏ ਹਨ। ਪੁਨ ਮਾਝੇ ਕੋ ਲੰਗਤ ਪਏ। ਫੇਰਾ ਮਾਝੇ ਦਾ ਇਲਾਕਾ ਲੰਘ ਕੇ ਗਏ ਹਨ। ਕੇਤਕ ਮਜਲ ਅਗਾਰੀ ਗਏ। ਏਦਾਂ ਕੁਝ ਕੁ ਮਜਲਾਂ ਤੈਅ ਕਰਦਿਆਂ ਅੱਗੇ ਗਏ। ਪਹੁੰਚੇ ਜਾਏ ਹੁਤੋ ਜੈ ਡੇਰਾ। ਕਹਿੰਦੇ ਨੱਕੇ ਜਾ ਪਹੁੰਚੇ ਸਿੱਖ ਜਿੱਥੇ ਭਾਈ ਫੇਰੂ ਦਾ ਡੇਰਾ ਸੀ। ਫੇਰੂ ਸਾਧ ਮਸੰਦ ਬਡੇਰਾ। ਭਾਈ ਫੇਰੂ ਸਾਧ ਵੀ ਸੀ ਤੇ ਮਸੰਦ ਵੀ ਸੀ। ਗੁਰੂ ਘਰ ਦਾ 7ਵੇਂ ਪਾਤਸ਼ਾਹ ਨੇ ਇਹਨੂੰ ਮਸੰਦ ਥਾਪਿਆ ਸੀ। ਸਾਧ ਵੀ ਸੀ, ਇਹ ਫੇਰੀ ਦਾ ਕੰਮ ਕਰਦਾ ਸੀ। ਨਾਮ ਇਹਦਾ ਭਾਈ ਸੰਗਤ ਸਾਹਿਬ ਸੀ, ਪਰ 7ਵੇਂ ਪਾਤਸ਼ਾਹ ਨੇ ਨਾਂ ਰੱਖਿਆ ਫੇਰੂ, ਕਿਉਂਕਿ ਫੇਰੀ ਲਾਉਂਦਾ ਸੀ। ਉੱਥੋਂ ਭਾਈ ਫੇਰੂ ਕਰਕੇ ਦਾ ਨਾਂ ਜਗਤ ਪ੍ਰਸਿੱਧ ਹੋਇਆ। ਭਾਈ ਫੇਰੂ ਜੀ ਬੜੇ ਮਹਾਨ ਗੁਰਸਿੱਖ ਗੁਰੂ ਘਰ ਦੇ ਹੋਏ ਨੇ। ਤੋ ਭਾਈ ਸਾਹਿਬ ਭਾਈ ਫੇਰੂ ਜੀ ਦਾ ਜਿੱਥੇ ਡੇਰਾ ਸੀ, ਮਹਾਨ ਸਾਧੂ ਮਸੰਦ ਹੈ ਗੁਰੂ ਘਰ ਦਾ, ਉੱਥੇ 5 ਸਿੱਖ ਪਹੁੰਚੇ ਹਨ। ਕਰ ਤੂੰ ਵੀ ਲੈ ਕਰ ਤਿਸ ਕਾਲਾ। ਭਾਈ ਫੇਰੂ ਜੀ ਡੇਰੇ ਚੋਂ ਬਾਹਰ ਆਏ ਹੋਏ, ਹੱਥ ਚੋਂ ਨਾ ਉਹਨਾਂ ਨੇ ਇੱਕ ਤੂੰਬੀ ਫੜੀ ਹੋਈ ਸੀ। ਉਹ ਤੂੰਬੀ ਫੜ ਕੇ ਨਾਲ ਤਾਰ ਵਜਾਉਂਦੇ ਸੀ, ਨਾਲ ਕੀਰਤਨ ਕਰਿਆ ਕਰਦੇ ਸੀ। ਉਹ ਤੂੰਬੀ ਦੀ ਤਾਰ ਦੇ ਵਿੱਚ ਮਸਤ ਹੋ ਕੇ ਵਾਹਿਗੁਰੂ ਵਾਹਿਗੁਰੂ, ਕਿਉਂਕਿ ਮਸੰਦ ਵੀ ਸੀ, ਪਿੰਡਾਂ 'ਚ ਜਾ ਕੇ ਨਾਲੇ ਗੁਰਸਿੱਖਾਂ ਨੂੰ ਗੁਰਬਾਣੀ ਦਾ ਕੀਰਤਨ ਸੁਣਾਉਣਾ, ਨਾਲੇ ਉਹਨਾਂ ਕੋਲੋਂ ਜਿਹੜੀ ਕਾਰ ਉਗਰਾ ਕੇ ਉਹ ਗੁਰੂ ਘਰ ਭੇਜਣੀ। ਹੱਥ 'ਚ ਤੂੰਬੀ ਫੜੀ ਹੋਈ ਹੈ ਭਾਈ ਫੇਰੂ ਜੀ ਨੇ, ਤੇ ਉਹ ਤੂੰਬੀ ਵਜਾਉਂਦੇ ਜਾ ਰਹੇ ਨੇ। ਜਾਤ ਹੋ ਤੋ ਉਦਿਆਨ ਵਿਸਾਲਾ। ਉਹ ਬਾਹਰ ਜੰਗਲ ਵਾਲੇ ਪਾਸੇ, ਉਦਿਆਨ ਵਾਲੇ ਪਾਸੇ ਕਿ ਸ਼ਾਂਤ ਹੋ ਕੇ ਕਿਤੇ ਬਹਿ ਕੇ ਭਜਨ ਕਰਾਂਗੇ। ਬਾਹਰ ਜਿਹੜਾ ਸ਼ਾਂਤੀ ਦਾ ਇਲਾਕਾ ਜੰਗਲ ਵਾਲੇ ਪਾਸੇ ਟੁਰੇ ਜਾਂਦੇ ਸਨ। ਮਾਰਗ ਵਿਖੇ ਸਿੱਖ ਮਿਲ ਪਰੇ। ਰਸਤੇ ਵਿੱਚ ਹੀ ਇਹ 5 ਸਿੱਖ ਆ ਟੱਕਰੇ ਭਾਈ ਫੇਰੂ ਨੂੰ। ਦਿਓ ਹੁਕਮਨਾਮਾ ਕਰ ਖਰੇ। ਪਹਿਲਾਂ ਭਾਈ ਫੇਰੂ ਨੂੰ ਰੋਕ ਕੇ ਆਖਿਆ, ਭਾਈ ਫੇਰੂ ਜੀ ਕਲਗੀਧਰ ਦਾ ਹੁਕਮਨਾਮਾ ਆਇਆ ਤੁਹਾਡੇ ਤੇ। ਉਹ ਇੱਕਦਮ ਹੱਥ ਜੋੜੇ, ਧੰਨ ਭਾਗ ਗੁਰੂ ਦਸਮੇਸ਼ ਦਾ ਹੁਕਮ ਆਇਆ ਮੇਰੇ ਲਈ, ਲਿਆਓ ਗੁਰਸਿੱਖੋ। ਤੋ 5 ਸਿੱਖਾਂ ਨੇ ਹੁਕਮਨਾਮਾ ਭਾਈ ਫੇਰੂ ਨੂੰ ਦਿੱਤਾ। ਮਸਤਕ ਟੇਕ ਲਿਓ ਨਿਜ ਹਾਥ। ਪਹਿਲਾਂ ਤਾਂ ਮੱਥਾ ਟੇਕ ਕੇ ਨਾ ਹੁਕਮਨਾਮੇ ਨੂੰ ਆਪਣੇ ਹੱਥਾਂ 'ਚ ਲਿਆ। ਕਹਾਂ ਲਿਖਿਓ ਕਲਗੀਧਰ ਨਾਥ। ਨਮਸਕਾਰ ਕੀਤੀ ਤੇ ਆਖਿਆ, ਕਲਗੀਧਰ ਜੀ ਨੇ ਕੀ ਲਿਖਿਆ ਹੁਕਮਨਾਮੇ ਵਿੱਚ? ਪਠਿਓ ਜਬੇ ਸੋ ਹਿਤ ਕਰ ਮਾਨਿਓ। ਤੁਸੀਂ ਜੋ ਹੁਕਮ ਲੈ ਕੇ ਆਏ ਹੋ, ਮੈਂ ਉਹਨੂੰ ਹਿੱਤ ਕਰਕੇ ਮੰਨਦਾ ਹਾਂ। ਹੱਥ ਜੋੜ ਤਿਨ ਸੰਗ ਬਖਾਨਿਓ। ਹੱਥ ਜੋੜ ਕੇ ਬੋਲੇ, ਕਹਿਣ ਲੱਗੇ ਜਿਮ ਸਤਿਗੁਰ ਕੀ ਆਇਸ ਹੋਈ। ਕਿ ਜਿਵੇਂ ਤੁਹਾਨੂੰ ਸਤਿਗੁਰੂ ਜੀ ਦਾ ਹੁਕਮ ਹੋਇਆ। 5 ਨੂੰ ਕਹਿਣ ਲੱਗੇ ਭਾਈ ਫੇਰੂ ਜੀ, ਜਿਵੇਂ ਕਲਗੀਧਰ ਜੀ ਦਾ ਤੁਹਾਨੂੰ ਹੁਕਮ ਹੋਇਆ, ਸੋ ਬਿਦ ਕਰੀਏ ਸੰਸ ਨ ਕੋਈ। ਤੁਸੀਂ ਉਸੇ ਤਰ੍ਹਾਂ ਹੀ ਕਰੋ, ਇਹਦੇ 'ਚ ਕੋਈ ਸੰਸਾ ਕੋਈ ਸੰਦੇਹ ਨਾ ਕਰੋ। ਤਬ ਸਿੱਖਨ ਲੱਖ ਸਾਧੂ ਮਹਾਨਾ। 5 ਸਿੱਖਾਂ ਨੇ ਵੇਖਿਆ ਵੀ ਇਹਦੇ 'ਚ ਤਾਂ ਮਸੰਦਾਂ ਵਾਲੀ ਗੱਲ ਹੀ ਕੋਈ ਨਹੀਂ, ਇਹ ਤਾਂ ਕੋਈ ਸਾਧੂ ਹੈ, ਸਾਧਕ ਹੈ, ਭਜਨ ਬੰਦਗੀ ਵਾਲਾ। ਸੁਨੋ ਕਾਨ ਜਿਮ ਹੁਕਮ ਬਖਾਨਾ। 5 ਨੇ ਆਖਿਆ, ਭਾਈ ਫੇਰੂ ਜੀ ਸੁਣੋ, ਜੋ ਕਲਗੀਧਰ ਜੀ ਨੇ ਹੁਕਮ ਕੀਤਾ ਉਹ ਤੁਹਾਨੂੰ ਦੱਸਦੇ ਹਾਂ। ਬੰਧਨ ਕਰਕੇ ਹੱਥ ਤਿਹਾਰੇ। ਸਾਨੂੰ ਹੁਕਮ ਹੈ ਕਿ ਤੁਹਾਡੇ ਹੱਥ ਬੰਨ੍ਹ ਕੇ ਸ਼ਮਸ ਹੋਏਗੀ ਹੱਥ ਹਮਾਰੇ। ਤੇ ਤੁਹਾਡੀ ਦਾੜੀ ਅਸੀਂ ਆਪਣੇ ਹੱਥਾਂ 'ਚ ਪਕੜਨੀ ਤੇ ਖਿੱਚ ਕੇ ਤੁਹਾਨੂੰ ਆਨੰਦਪੁਰ ਸਾਹਿਬ ਲੈ ਕੇ ਜਾਣਾ। ਇਹ ਹੁਕਮ ਹੈ ਸਾਨੂੰ। ਆਨੰਦਪੁਰ ਲਗ ਲੈ ਕਰ ਚਲੇ। ਔਰ ਇੱਥੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਲੈ ਕੇ ਚੱਲਣਾ ਹੈ। ਚਾਹੇ ਸੋ ਕਰੇ ਗੁਰੂ ਜਬ ਮਿਲੇ। ਤੇ ਉੱਥੇ ਜਦੋਂ ਸਤਿਗੁਰੂ ਜੀ ਮਿਲਣਗੇ, ਅੱਗੇ ਉਹਨਾਂ ਦੀ ਮਰਜ਼ੀ, ਉਹਨਾਂ ਨੇ ਤੁਹਾਡੇ ਨਾਲ ਕੀ ਕਰਨਾ
ਤੁਹਾਨੂੰ ਬਖਸ਼ਣਾ ਦੰਡ ਦੇਣਾ ਇਹ ਸਾਨੂੰ ਨਹੀਂ ਪਤਾ। ਸਾਨੂੰ ਇਹ ਹੁਕਮ ਹੈ ਵੀ ਮੁਸ਼ਕਾਂ ਬੰਨ੍ਹ ਕੇ ਭਾਈ ਫੇਰੂ ਦੀਆਂ ਦਾੜੀ ਤੋਂ ਫੜ ਕੇ ਖਿੱਚ ਕੇ ਸਾਡੇ ਕੋਲ ਲੈ ਕੇ ਆਓ, ਇਹ ਹੁਕਮ ਹੈ। ਸੁਨ ਗੁਰ ਹੁਕਮ ਸਾਧ ਸ਼ੁਭ ਫੇਰੂ। ਭਾਈ ਫੇਰੂ ਜੀ ਨੇ ਜਦੋਂ ਸਤਿਗੁਰੂ ਜੀ ਦਾ ਹੁਕਮ ਸੁਣਿਆ, ਹੱਥ ਜੋੜ ਬੋਲਿਓ ਤਿਸ ਬੇਰੂ। ਦੋਵੇਂ ਹੱਥ ਜੋੜ ਕੇ ਭਾਈ ਫੇਰੂ ਜੀ ਬੋਲੇ, ਮੈਂ ਨਿਤ ਗੁਰ ਆਇਸ ਅਨੁਸਾਰੀ। ਆਖਿਆ ਹੈ ਗੁਰੂ ਕੇ ਸਿੱਖੋ, ਤੁਸੀਂ ਪੰਜ ਆਇਓ, ਪੰਜੇ ਗੁਰੂ ਰੂਪ ਹੋ, ਤੁਸੀਂ ਗੁਰੂ ਕੇ ਸਿੱਖ ਹੋ। ਮੈਂ ਹਮੇਸ਼ਾ ਸਤਿਗੁਰਾਂ ਦੀ ਸ਼ਰਨ ਵਿੱਚ ਹਾਂ। ਕਰੋ ਤਥਾ ਪ੍ਰਭ ਜਥਾ ਉਚਾਰੀ। ਜਿਵੇਂ ਤੁਹਾਨੂੰ ਕਲਗੀਧਰ ਨੇ ਹੁਕਮ ਕੀਤਾ ਉਸੇ ਤਰ੍ਹਾਂ ਕਰਿਓ, ਮੇਰੇ ਨਾਲ ਕਿਸੇ ਪ੍ਰਕਾਰ ਦਾ ਕੋਈ ਢਿੱਲ ਨਾ ਰੱਖਿਓ। ਜਿਵੇਂ ਤੁਹਾਨੂੰ ਦਸ਼ਮੇਸ਼ ਦਾ ਹੁਕਮ ਹੈ ਉਸੇ ਤਰ੍ਹਾਂ ਤੁਸੀਂ ਕਰਨਾ ਹੈ। ਮੈਨੇ ਕਿਤੇ ਪਲਾਇਨ ਹੋਵੋ। ਮੈਂ ਇੱਥੋਂ ਕਿਤੇ ਪਲਾਇਣ ਨਹੀਂ ਹੋਣਾ, ਕਿਤੇ ਨਹੀਂ ਭੱਜਣਾ। ਬਨ ਕੈਦੀ ਬਰ ਦਰਸ਼ਨ ਜੋਵੋ। ਔਰ ਮਹਾਰਾਜ ਜੀ ਦੇ ਦਰ ਦਾ ਕੂਕਰ ਬਣ ਕੇ, ਭਿਖਾਰੀ ਬਣ ਕੇ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਮੈਂ ਬਿਰਮਿਓ ਇਤ ਗਇਓ ਨ ਪਾਸ। ਕਹਿੰਦੇ ਮੇਰੀ ਗਲਤੀ ਹੈ, ਗੁਰੂ ਸਾਹਿਬ ਨੇ ਬਿਲਕੁਲ ਸਹੀ ਭੇਜਿਆ ਤੁਹਾਨੂੰ। ਮੈਂ ਇੱਥੇ ਭਰਮਿਆ ਫਿਰਦਾ ਸੀ, ਉਹਨਾਂ ਕੋਲ ਗਿਆ ਨਹੀਂ। ਮੇਰਾ ਫਰਜ਼ ਬਣਦਾ ਸੀ ਕਿ ਸਾਰੇ ਮਸੰਦ ਜਾ ਰਹੇ ਨੇ, ਮੈਂ ਵੀ ਜਾਂਦਾ। ਮੈਂ ਨਹੀਂ ਗਿਆ, ਮੇਰੀ ਗਲਤੀ ਹੈ ਤੇ ਮੈਨੂੰ ਦੰਡ ਦੇਣਾ ਚਾਹੀਦਾ ਜੋ ਗੁਰੂ ਸਾਹਿਬ ਨੇ ਕਿਹਾ। ਤਿਆਗਿਓ ਧਰਮ ਧਰੇ ਜੋ ਦਾਸ। ਜਿਹੜਾ ਦਾਸਾ ਭਾਵ ਦਾ ਧਰਮ ਹੈ ਉਹ ਮੈਂ ਤਿਆਗਿਆ ਹੈ, ਇਹਦਾ ਦੰਡ ਮੈਨੂੰ ਮਿਲਣਾ ਚਾਹੀਦਾ। ਖਤਾਵੰਦ ਮੋਏ ਜਾਨ ਸੰਭਾਰਿਓ। ਮੈਨੂੰ ਖਤਾਬੰਦ ਜਾਣ ਕੇ ਗੁਰੂ ਜੀ ਨੇ ਆਪ ਸੰਭਾਲਿਆ। ਜੇ ਮੈਂ ਉਹਨਾਂ ਦਾ ਆਪਣਾ ਸੀ ਤਦੇ ਤਾਂ ਯਾਦ ਕਰਕੇ ਮੈਨੂੰ ਆਪਣੇ ਕੋਲ ਸੱਦ ਰਹੇ ਨੇ। ਮੈਨੂੰ ਸੰਭਾਲਿਆ ਫਿਰ ਵੀ ਉਹਨਾਂ ਨੇ ਕਿ ਮੈਂ ਖਤਾਬੰਦ ਹਾਂ, ਫਿਰ ਵੀ ਉਹਨਾਂ ਦਾ ਹਾਂ। ਲੱਖ ਕਰੇ ਆਪਨੋ ਅਬੇ ਹਕਾਰਿਓ। ਹੁਣ ਵੀ ਜੇ ਸੱਦ ਰਹੇ ਨੇ, ਨਹੀਂ ਤਾਂ ਮੇਰੇ ਵਰਗੇ ਤਾਂ ਕਰੋੜਾਂ ਟੁਰੇ ਫਿਰਦੇ ਨੇ ਮਸੰਦ। ਹੁਣ ਵੀ ਜੇ ਮੈਨੂੰ ਬੁਲਾ ਰਹੇ ਨੇ, 5 ਸਿੱਖ ਭੇਜੇ ਨੇ ਮੈਨੂੰ ਲੈਣ, ਤੇ ਇਹਦਾ ਮਤਲਬ ਮੈਨੂੰ ਆਪਣਾ ਸਮਝਦੇ ਨੇ, ਤਦੇ ਹੀ ਬੁਲਾ ਰਹੇ ਨੇ ਨਾ। ਤਾਂ ਹੀ ਤਾਂ ਸੱਦ ਰਹੇ ਨੇ ਕਿ ਮੈਨੂੰ ਉਹਨਾਂ ਨੇ ਆਪਣਾ ਸਮਝਿਆ, ਆਪਣਾ ਜਾਣਿਆ। ਸੁਨ ਸਿੱਖਨ ਬਚ ਸਰਲ ਸੁਭਾਉ। ਪੰਜਾਂ ਸਿੱਖਾਂ ਨੇ ਸੁਣਿਆ ਵੀ ਇਹ ਤਾਂ ਬਿਲਕੁਲ ਸਰਲ ਸੁਭਾਅ ਵਾਲਾ, ਮਸੰਦਾਂ ਵਾਲੀ ਤਾਂ ਕੋਈ ਗੱਲ ਹੀ ਇਹਦੇ ਵਿੱਚ ਨਹੀਂ। ਸਾਧ ਵੇਖ ਤਨ ਛਲ ਨੈ ਕਾਉ। ਇਹ ਸਾਧ ਵੇਖ ਵਾਲਾ ਸਾਧੂ ਹੈ, ਇਹਦੇ ਅੰਦਰ ਕੋਈ ਛਲ, ਕੋਈ ਕਪਟ, ਫਰੇਬ ਨਹੀਂ ਹੈ। ਕਹਿਣ ਲਗੇ ਇਮ ਕਰੇ ਨ ਕੈਸੇ। ਕਹਿਣ ਲੱਗੇ ਭਾਈ ਫੇਰੂ ਅਸੀਂ ਹੁਣ ਕਿਵੇਂ ਕਰੀਏ ਏਦਾਂ? ਹੋਰ ਕੋਈ ਮਸੰਦ ਹੁੰਦਾ ਕੋਈ ਖੋਟਾ ਤੇ ਅਸੀਂ ਏਦਾਂ ਹੀ ਕਰਦੇ, ਪਰ ਤੁਸੀਂ ਤਾਂ ਸੰਤ ਸਰੂਪ ਹੋ, ਤੁਸੀਂ ਤਾਂ ਸਾਧੂ ਸਰੂਪ ਹੋ, ਹੁਣ ਅਸੀਂ ਤੁਹਾਡੇ ਨਾਲ ਇਸ ਤਰ੍ਹਾਂ ਕਿਵੇਂ ਕਰੀਏ? ਗਮਨਿਓ ਸੰਗ ਹਮਾਰੇ ਐਸੇ। ਤੇ ਤੁਹਾਨੂੰ ਜੇ ਹੋਰ ਕੋਈ ਕਪਟੀ ਮਸੰਦ ਹੁੰਦਾ ਤੇ ਇਸ ਤਰ੍ਹਾਂ ਹੀ ਲੈ ਜਾਂਦੇ ਜਿਵੇਂ ਹੁਕਮ ਸੀ। ਜਾਣਿਓ ਮਾਰਗ ਦੂਰ ਕਨੇਰੋ। ਭਾਈ ਫੇਰੂ ਜੀ ਤੁਸੀਂ ਸਾਡੇ ਨਾਲ ਇਦਾਂ ਹੀ ਚੱਲੋ, ਕਿਉਂਕਿ ਪੈਂਡਾ ਬੜਾ ਲੰਮਾ, ਕਿੱਥੇ ਨੱਕਾ ਕਿੱਥੇ ਆਨੰਦਪੁਰ ਸਾਹਿਬ। ਏਡੇ ਲੰਮੇ ਪੈਂਡੇ ਦੇ ਵਿੱਚ ਤੁਹਾਡੀਆਂ ਮੁਸ਼ਕਾਂ ਬੰਨ੍ਹ ਕੇ ਲਿਜਾਣੀਆਂ, ਦਾੜੇ ਤੋਂ ਪਕੜ ਕੇ ਲੈ ਕੇ ਜਾਣਾ, ਭਾਈ ਸਾਹਿਬ ਇਹ ਬੜਾ ਔਖਾ ਕਾਰਜ ਹੋਵੇਗਾ। ਨਾਲੇ ਆਪ ਜੀ ਜੈਸੇ ਮਹਾਂਪੁਰਸ਼ ਸਾਧੂ ਨੂੰ ਅਸੀਂ ਕਿੱਦਾਂ ਲੈ ਕੇ ਜਾਈਏ? ਚੱਲ ਬੇ ਸੰਕਟ ਸਹੇ ਬਡੇਰੋ। ਰਸਤੇ ਵਿੱਚ ਚੱਲਣ ਦਾ ਬੜਾ ਵੱਡਾ ਡਾਢਾ ਸੰਕਟ ਆਪ ਜੀ ਨੂੰ ਸਹਿਣਾ ਪਵੇਗਾ। ਜੇ ਹੱਠ ਧਰੇ ਕਰਨ ਕੋ ਵੈਸੇ। ਅਸੀਂ ਨਹੀਂ ਏਦਾਂ ਤੁਹਾਨੂੰ ਲੈ ਕੇ ਜਾ ਸਕਦੇ। ਹਾਂ ਜੇ ਤੁਸੀਂ ਹੱਠ ਕਰਦੇ ਹੀ ਹੋ ਕਿ ਗੁਰੂ ਕੇ ਹੁਕਮ ਦੀ ਪਾਲਣਾ ਕਰਕੇ ਉਸੇ ਤਰ੍ਹਾਂ ਹੀ ਲੈ ਕੇ ਜਾਈਏ। ਆਨੰਦਪੁਰ ਟਿਗ ਚੱਲ ਕਰ ਤੈਸੇ। ਤੇ ਤੁਸੀਂ ਆਨੰਦਪੁਰ ਸਾਹਿਬ ਤੱਕ ਚੱਲੋ, ਉੱਥੇ ਜਾ ਕੇ ਉਸੇ ਤਰ੍ਹਾਂ ਕਰ ਲਿਓ ਜਿਵੇਂ ਹੁਕਮ ਹੈ ਗੁਰੂ ਸਾਹਿਬ ਦਾ। ਹੁਕਮ ਤਾਂ ਇਹ ਹੈ ਨਾ ਵੀ ਆਨੰਦਪੁਰ ਸਾਹਿਬ ਲੈ ਕੇ ਆਉਣਾ ਉਹਨੂੰ। ਇਹ ਤਾਂ ਨਹੀਂ ਨਾ ਵੀ ਨੱਕੇ ਤੋਂ ਫੜ ਕੇ ਲਿਆਓ ਇੱਥੇ ਤੱਕ। ਆਨੰਦਪੁਰ ਸਾਹਿਬ ਜਿਹੜਾ ਗੁਰੂ ਸਾਹਿਬ ਦਾ ਹੁਕਮ ਜਿਵੇਂ ਹੋਵੇਗਾ, ਹੋਇਆ ਹੈ,
ਉਸੇ ਤਰ੍ਹਾਂ ਤੁਸੀਂ ਚਲੇ ਜਾਇਓ। ਹੋਤ ਕੁਟਲ ਮਤ ਕੂਰ ਮਸੰਦ। ਤੇ ਭਾਈ ਫੇਰੂ ਜੀ ਜੇ ਕੋਈ ਕੋਝੀ ਮੱਤ ਵਾਲਾ, ਟੇਢੀ ਮੱਤ ਵਾਲਾ, ਕੁਟਲ ਕਠੋਰ ਮਸੰਦ ਹੁੰਦਾ ਤੋ ਚਾਲਤ ਦੇ ਕਸ਼ਟ ਬਿਲੰਦ। ਉਹਨੂੰ ਤਾਂ ਅਸੀਂ ਇਸੇ ਤਰ੍ਹਾਂ ਹੀ ਲੈ ਕੇ ਜਾਣਾ ਸੀ, ਕਸ਼ਟ ਦੇ ਕੇ ਲੈ ਕੇ ਜਾਣਾ ਸੀ। ਸਾਧ ਬੇਸ ਸਚਿਆਰ ਉਦਾਰਾ। ਪਰ ਭਾਈ ਫੇਰੂ ਜੀ ਤੁਸੀਂ ਸਾਧ ਸਰੂਪ ਹੋ, ਤੁਹਾਡਾ ਸਚਿਆਰ ਬੇਸ ਹੈ। ਦੁਖ ਦੇ ਬੇਚਿਤ ਚਹਿ ਨਾ ਹਮਾਰਾ। ਤੁਹਾਨੂੰ ਦੁੱਖ ਦੇਣਾ ਸਾਡਾ ਮਨ ਨਹੀਂ ਕਰਦਾ। ਆਪ ਜੀ ਜੈਸੇ ਮਹਾਪੁਰਸ਼ ਸਾਧੂ ਨੂੰ ਅਸੀਂ ਤਕਲੀਫ ਦੇਈਏ, ਇਹ ਸਾਨੂੰ ਨਹੀਂ ਚੰਗਾ ਲੱਗਦਾ। ਇਮ ਸੁਨ ਕਰ ਡੇਰੇ ਨੇ ਗਇਓ। ਇਹ ਸੁਣ ਕੇ ਭਾਈ ਫੇਰੂ ਆਪਣੇ ਡੇਰੇ ਨਹੀਂ ਗਿਆ। ਕਹਿੰਦੇ ਇਹ ਤਾਂ ਹੁਕਮ ਹੈ ਨਾ ਵੀ ਉੱਥੋਂ ਹੀ ਲਿਆਉਣਾ ਜਿੱਥੇ ਖੜਾ ਹੋਵੇ, ਬੈਠਾ ਹੋਵੇ। ਉਹ ਵਾਪਸ ਆਪਣੇ ਡੇਰੇ ਨਹੀਂ ਗਏ ਭਾਈ ਫੇਰੂ ਜੀ। ਸਿੰਘਨ ਸੰਗ ਵਹਿਰ ਤੇ ਪਇਓ। ਬਾਹਰੋਂ ਬਾਹਰ ਹੀ ਉਹਨਾਂ ਸਿੰਘਾਂ ਦੇ ਨਾਲ ਵਾਪਸ ਚੱਲ ਪਏ। ਆਨੰਦਪੁਰ ਮੈਂ ਆਨ ਪਹੁੰਚੇ। ਚੱਲ ਕੇ ਪੈਂਡਾ ਤੈਅ ਕਰਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ। ਸ਼ਰਧਾਲੂ ਫੇਰੂ ਮਨ ਸੂਚੇ। ਭਾਈ ਫੇਰੂ ਜੀ ਜਿਨ੍ਹਾਂ ਦਾ ਸੁੱਚਾ ਮਨ ਹੈ, ਸ਼ਰਧਾਲੂ ਨੇ, ਭਾਵਨਾ ਵਾਲੇ ਨੇ। ਬਾਮ ਦਾਇਨੇ ਦ્વੈ ਸਿੱਖ ਹੋਏ। ਉਸ ਵੇਲੇ ਸੱਜੇ ਖੱਬੇ ਦੋ ਸਿੱਖ ਭਾਈ ਫੇਰੂ ਜੀ ਦੇ ਨਾਲ ਹਨ। ਅਰਦੋ ਅਰਧ ਸ਼ਮਸ ਗੈ ਦੋਏ। ਭਾਈ ਸਾਹਿਬ ਨੇ ਏਦਾਂ ਹੱਥ ਜੇ ਬੰਨ ਲਏ ਹਨ ਆਪਣੇ। ਅੱਧਾ ਅੱਧਾ ਦਾੜਾ ਸਿੱਖਾਂ ਨੇ ਬੜੇ ਸਤਿਕਾਰ ਨਾਲ ਏਦਾਂ ਹੀ ਫੜਿਆ, ਏਦਾਂ ਖਿੱਚ ਕੇ ਧੂ ਕੇ ਨਹੀਂ ਲੈ ਕੇ ਗਏ। ਏਦਾਂ ਹੱਥਾਂ ਨਾਲ ਅੱਧਾ ਅੱਧਾ ਦਾੜਾ, ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ। ਉਹ ਦੋ ਸਿੱਖਾਂ ਨੇ ਸੱਜੇ ਖੱਬੇ ਖਲੋ ਕੇ ਨਾ ਏਦਾਂ ਦਾੜਾ ਸਤਿਕਾਰ ਨਾਲ, ਵੀ ਇਹ ਦਾੜੀ ਸੱਚੀ ਹੈ ਜਿਹੜੀ ਗੁਰੂ ਚਰਨਾਂ 'ਚ ਲੱਗੀ ਹੋਈ ਹੈ। ਇਹ ਉਹ ਦਾੜਾ ਨਹੀਂ ਹੈ ਜਿਹੜਾ ਮਨਮੁਖ ਸਾਕਤ ਦਾ ਹੋਵੇ, ਗੁਰਸਿੱਖ ਦਾ ਦਾੜਾ ਹੈ। ਬੜੇ ਸਤਿਕਾਰ ਨਾਲ ਦੋਨਾਂ ਸਿੱਖਾਂ ਨੇ ਨਾ ਏਦਾਂ ਅੱਧਾ ਦਾੜਾ, ਭਾਈ ਸਾਹਿਬ ਨੇ ਏਦਾਂ ਹੱਥ ਵੀ ਬਣਾ ਲਏ ਨੇ ਆਪਣੇ, ਵੀ ਹੱਥ ਵੀ ਬੰਨ੍ਹ ਦਿਓ, ਮੁਸ਼ਕਾਂ ਬੰਨ੍ਹ ਦਿਓ ਮੇਰੀਆਂ, ਏਦਾਂ ਲੈ ਕੇ ਗਏ। ਪਕਰੇ ਇਮ ਹਜ਼ੂਰ ਮੈਂ ਗਏ। ਸਤਿਗੁਰੂ ਜੀ ਦੇ ਹਜ਼ੂਰ ਕਲਗੀਧਰ ਦੇ ਦਰਬਾਰ ਵਿੱਚ ਪਹੁੰਚੇ। ਸਰਬ ਸਭਾ ਸਭ ਦੇਖਤ ਪਏ। ਸਾਰੀ ਸਭਾ ਨੇ ਉਸ ਵੇਲੇ ਵੇਖਿਆ। ਹੱਥ ਬੰਦ ਬੰਧਨ ਕੋ ਠਾਨੀ। ਹੱਥ ਜੋੜ ਕੇ ਬੰਦਨਾ ਕੀਤੀ, ਮੱਥਾ ਟੇਕਿਆ। ਬਿਕਸਤ ਸਤਗੁਰ ਗਿਰਾ ਬਖਾਨੀ। ਸਤਿਗੁਰੂ ਮੁਸਕਰਾ ਪਏ ਭਾਈ ਫੇਰੂ ਵੱਲ ਵੇਖ ਕੇ। ਤੇ ਜਿਹਦੇ ਵੱਲ ਵੇਖ ਕੇ ਸਤਿਗੁਰਾਂ ਨੇ ਮੁਸਕਰਾਹਟ ਵੰਡੀ ਹੋਵੇ, ਕਿੰਨੀ ਬਖਸ਼ਿਸ਼ ਕੀਤੀ ਹੋਣੀ ਆ ਉਹਦੇ ਤੇ। ਬਖਸ਼ ਕਰਕੇ ਮਹਾਰਾਜ ਜੀ ਮੁਸਕਰਾ ਕੇ, ਮੁਸਕਰਾਹਟ ਦੇ ਨਾਲ ਮਹਾਰਾਜ ਜੀ ਬੋਲੇ, ਨੈ ਮਸੰਦ ਸਮ ਏ ਚਿਤ ਖੋਟਾ। ਆਖਿਆ ਭਾਈ ਫੇਰੂ ਤੇਰੀ ਦਾੜੀ ਸੱਚੀ। ਇਹ ਬਖਸ਼ਿਸ਼ ਕੀਤੀ ਮਹਾਰਾਜ ਕਲਗੀਧਰ ਸੁਆਮੀ ਨੇ। ਆਖਿਆ ਭਾਈ ਫੇਰੂ ਤੇਰੀ ਦਾੜੀ ਸੱਚੀ, ਤੂੰ ਸੰਗਤ ਸਾਹਿਬ ਹੈ, ਤੂੰ ਵਾਕਈ ਸੰਗਤ ਦਾ ਸਾਹਿਬ ਹੈ। ਇੱਥੋਂ ਇਹਨਾਂ ਨੂੰ ਬਖਸ਼ਿਸ਼ ਮਿਲੀ ਸੰਗਤ ਸਾਹਿਬੀ। ਸੰਗਤ ਸਾਹਿਬੀਏ ਕਰਕੇ ਇਹਨਾਂ ਦੀ ਜਿਹੜੀ 6 ਬਖਸ਼ਿਸ਼ਾਂ ਵਿੱਚੋਂ ਇੱਕ ਬਖਸ਼ਿਸ਼ ਕਲਗੀਧਰ ਜੀ ਦੇ ਬਚਨਾਂ ਤੋਂ ਬਣੀ ਹੈ। ਸੰਪਰਦਾਇ ਉਹਨੂੰ ਕਹਿੰਦੇ ਨੇ ਖਾਲਸਾ ਜੀ, ਜਿਹੜੀ ਇਨ ਬਿਨ ਉਸੇ ਤਰ੍ਹਾਂ ਚਲਦੀ ਆਵੇ, ਜਿਹਨੂੰ ਖੁਦ ਦਸ਼ਮੇਸ਼ ਜੀ ਨੇ, ਗੁਰਦੇਵ ਨੇ ਆਪ ਚਲਾਇਆ ਹੋਵੇ, ਉਹਨੂੰ ਸੰਪਰਦਾਇ ਕਹਿੰਦੇ ਹਨ। ਬਾਕੀ ਜਥੇਬੰਦੀਆਂ ਹੋ ਸਕਦੀਆਂ ਨੇ, ਜਥੇਬੰਦੀ ਕੋਈ ਵੀ ਬਣਾ ਸਕਦਾ ਹੈ, ਪਰ ਸੰਪਰਦਾਇ ਉਹੀ ਆ ਜਿਹੜੀ ਸਤਿਗੁਰੂ ਜੀ ਨੇ ਖੁਦ ਆਪ ਚਲਾਈ ਹੋਵੇ। ਇੱਥੋਂ ਸੰਗਤ ਸਾਹਿਬੀਆਂ ਦੀ ਜਿਹੜੀ ਸੰਪਰਦਾਇ ਹੈ, ਬਖਸ਼ਿਸ਼ ਹੈ ਉਦਾਸੀਆਂ ਦੀ 6 ਬਖਸ਼ਿਸ਼ਾਂ ਚੋਂ, ਉਹ ਚੱਲਦੀ। ਆਖਿਆ ਬਾਕੀ ਮਸੰਦਾਂ ਵਾਂਗੂ ਭਾਈ ਫੇਰੂ ਖੋਟਾ ਨਹੀਂ ਹੈ। ਜੋ ਮਸੰਦ ਦੀ ਅਸਲ ਕਿਰਤ ਹੁੰਦੀ ਹੈ, ਇਹ ਉਹ ਕਰਨ ਵਾਲਾ ਗੁਰਮੁਖ ਹੈ। ਜੋ ਮਸੰਦ ਦੀਆਂ ਜ਼ਿੰਮੇਵਾਰੀਆਂ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਈਆਂ ਸਨ, ਉਹ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਲੇ ਭਾਈ ਫੇਰੂ ਸਾਹਿਬ ਹਨ, ਜਿਨ੍ਹਾਂ ਨੂੰ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਆਪ ਆਪਣੇ ਹੱਥੀਂ ਨੱਕੇ ਦੇ ਇਲਾਕੇ 'ਚ ਥਾਪਿਆ ਹੈ। ਲੰਗਰ ਕਰਤ ਗੁਰੂ ਰਖ ਓਟਾ। ਆਖਿਆ ਭਾਈ ਸੰਗਤ ਸਾਹਿਬ ਜੀ ਤੁਸੀਂ ਬਖਸ਼ੇ ਗਏ ਜੇ, ਤੁਹਾਡੀ ਦਾੜੀ ਸੱਚੀ। ਤੇ ਨਾਲ ਬਚਨ ਕੀਤਾ, ਜਾ ਕੇ ਗੁਰੂ ਕਾ ਲੰਗਰ ਚਲਾਓ। ਗੁਰੂ ਦੀ ਓਟ ਲੈ ਕੇ, ਗੁਰੂ ਦਾ ਆਸਰਾ ਲੈ ਕੇ ਗੁਰੂ ਕਾ ਲੰਗਰ ਚਲਾਓ। ਸਿਰੇ ਪਾਓ ਛੁਟਵਾਏ ਦਿਵਾਇਓ। ਹੁਕਮ ਕੀਤਾ ਸਿੱਖੋ ਸਿਰੇ ਪਾਓ ਲਿਆਓ ਭਾਈ ਫੇਰੂ ਨੂੰ, ਭਾਈ ਸੰਗਤ ਸਾਹਿਬ ਨੂੰ ਬਖਸ਼ਣਾ।
ਸਿਰੇ ਪਾਓ ਮੰਗਾ ਕੇ ਆਪ ਖੁਦ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਨੇ ਉਹ ਸਿਰੇ ਪਾਓ ਭਾਈ ਫੇਰੂ ਜੀ ਦੇ ਗਲ ਵਿੱਚ ਪਾਇਆ, ਦਸਤਾਰਾ ਸੀਸ ਤੇ ਸਜਾਇਆ ਔਰ ਭਾਈ ਸੰਗਤ ਸਾਹਿਬ ਦਾ ਖਿਤਾਬ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਨੇ ਦਸਮੇਸ਼ ਪਾਤਸ਼ਾਹ ਨੇ ਭਾਈ ਫੇਰੂ ਜੀ ਨੂੰ ਬਖਸ਼ਿਸ਼ ਕੀਤਾ। ਮਨ ਪ੍ਰਸੰਨ ਹੋਏ ਬਾਕੇ ਅਲਾਇਓ। ਮਨ ਪ੍ਰਸੰਨ ਹੋਇਆ, ਬੜਾ ਖੇੜੇ ਵਿੱਚ ਬੜਾ ਚਾਅ ਵਿੱਚ ਮਨ ਆਇਆ ਭਾਈ ਫੇਰੂ ਜੀ ਦਾ। ਸ਼੍ਰੀ ਹਰਿ ਰਾਏ ਕਯੋ ਤਿਸ ਬੇਰਾ। ਕਿਉਂਕਿ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਭਾਈ ਫੇਰੂ ਨੂੰ ਬਖਸ਼ਿਸ਼ ਕੀਤੀ ਸੀ। ਮਮ ਖੀਸਾ ਖਰਚੋ ਕਰ ਤੇਰਾ। ਕਲਗੀਧਰ ਜੀ ਨੇ ਕਿਹਾ ਸੀ ਭਾਈ ਫੇਰੂ ਹੱਥ ਤੇਰਾ ਖੀਸਾ ਮੇਰਾ। ਸਤਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ ਭਾਈ ਫੇਰੂ ਨੂੰ ਕਿ ਹੱਥ ਤੇਰਾ ਖੀਸਾ ਮੇਰਾ। ਇਹ ਬਚਨ ਸਤਵੇਂ ਪਾਤਸ਼ਾਹ ਨੇ ਕੀਤਾ ਸੀ। ਅਬ ਤੇ ਖੀਸਾ ਪੀ ਹੋਏ ਤੋਈ। ਕਲਗੀਧਰ ਜੀ ਨੇ ਬਚਨ ਕੀਤਾ, ਆਖਿਆ ਭਾਈ ਫੇਰੂ ਅੱਜ ਤੋਂ ਖੀਸਾ ਵੀ ਤੇਰਾ, ਹੱਥ ਵੀ ਤੇਰਾ ਤੇ ਖੀਸਾ ਵੀ ਤੇਰਾ। ਸਤਵੇਂ ਪਾਤਸ਼ਾਹ ਨੇ ਕਿਹਾ ਸੀ ਖੀਸਾ ਮੇਰਾ ਹੱਥ ਤੇਰਾ। ਦਸਵੇਂ ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਜਿਹੜਾ ਖੀਸਾ ਅਸੀਂ ਰੱਖਿਆ ਸੀ ਨਾ ਸਤਵੇਂ ਜਾਮੇ 'ਚ ਉਹ ਵੀ ਤੈਨੂੰ ਦਿੱਤਾ, ਉਹ ਵੀ ਤੇਰਾ। ਯਾਨੀ ਕਿ ਆਪ ਜਿਹੜੀ ਤੂੰ ਧਰਮ ਦੀ ਕਿਰਤ ਕਰਨੀ ਹੈ ਉਹਦੇ ਵਿੱਚੋਂ ਗੁਰੂ ਕਾ ਲੰਗਰ ਚਲਾਉਣਾ ਵੀ। ਯਾਨੀ ਕਿ ਪਹਿਲਾਂ ਗੁਰੂ ਘਰ ਵੀ ਦੇਣਾ ਪੈਂਦਾ ਸੀ, ਮਸੰਦ ਪ੍ਰਥਾ ਸੀ ਨਾ, ਮਸੰਦ ਪ੍ਰਥਾ ਦੇ ਵਿੱਚ ਪਹਿਲਾਂ ਗੁਰੂ ਘਰ ਲਿਆ ਕੇ ਦੇਣਾ ਪੈਂਦਾ ਸੀ। ਹੁਣ ਮਹਾਰਾਜ ਜੀ ਨੇ ਆਖਿਆ ਜਿੰਨਾ ਆਵੇ ਉਹਦਾ ਲੰਗਰ ਚਲਾ ਦਿਆ ਕਰ, ਤੈਨੂੰ ਗੁਰੂ ਘਰ ਵੀ ਆ ਕੇ ਦੇਣ ਦੀ ਲੋੜ ਨਹੀਂ ਹੈ। ਕਿਉਂਕਿ ਮਸੰਦ ਪ੍ਰਥਾ ਨੂੰ ਖਤਮ ਕਰਕੇ ਗੁਰਦੇਵ ਨੇ ਬਖਸ਼ਿਸ਼ਾਂ ਚਲਾਈਆਂ ਹਨ ਜਿਹੜੀਆਂ ਬੜੇ ਲੰਮੇ ਅਰਸੇ ਤੱਕ ਚੱਲੀਆਂ। ਉਹ ਨੱਕੇ ਦਾ ਇਲਾਕਾ, ਉਧਰ ਕਾਬਲ ਦਾ ਇਲਾਕਾ, ਅਫਗਾਨਿਸਤਾਨ ਦਾ ਇਲਾਕਾ, ਦੂਰ ਦੂਰ ਤੱਕ ਇਹਨਾਂ ਉਦਾਸੀ ਮਹਾਂਪੁਰਸ਼ਾਂ ਨੇ ਭਾਰੀ ਪ੍ਰਚਾਰ ਕੀਤਾ ਗੁਰਸਿੱਖੀ ਦਾ। ਹਾਂਜੀ। ਮਮ ਖੀਸਾ ਖਰਚੋ ਕਰ ਤੇਰਾ। ਮਹਾਰਾਜ ਕਹਿੰਦੇ ਜਿਹੜਾ ਸਾਡਾ ਖੀਸਾ ਉਹ ਤੇਰਾ ਕਰ ਦਿੱਤਾ, ਉਹ ਆਪਣਾ ਸਮਝ ਕੇ ਖਰਚ। ਅਬ ਤੇ ਖੀਸਾ ਪੀਓਏ ਤੋਈ। ਹੁਣ ਤੋਂ ਖੀਸਾ ਵੀ ਤੇਰਾ ਹੋਇਆ। ਕਰੋ ਦੇਗ ਸਤ ਸੰਗਤ ਹੋਈ। ਜਦੋਂ ਸਤ ਸੰਗਤ ਆਵੇ ਉਹਨਾਂ ਲਈ ਲੰਗਰ ਤਿਆਰ ਕਰਕੇ ਛਕਾਓ, ਧਰਮਸ਼ਾਲਾ ਬਣਾਓ, ਗੁਰਮਤਿ ਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ। ਬਨਿਓ ਦੀਨ ਫੇਰੂ ਪੁਨ ਕਏ। ਭਾਈ ਫੇਰੂ ਜੀ ਨੇ ਬੜੇ ਦੀਨ ਹੋ ਕੇ ਮਹਾਰਾਜ ਜੀ ਦੇ ਚਰਨ ਫੜੇ ਹੋਏ ਨੇ, ਆਪਣਾ ਦਾੜਾ ਸਾਹਿਬ ਦੇ ਚਰਨਾਂ ਦੇ ਨਾਲ ਲਾਇਆ, ਪਾਤਸ਼ਾਹ ਦੇ ਚਰਨ ਆਪਣੇ ਦਾੜੇ ਨਾਲ ਝਾੜੇ ਹਨ। ਬੜੇ ਦੀਨ ਹੋ ਕੇ ਕਗਿਆ ਕੇ ਬੇਨਤੀ ਕਰਕੇ ਕਹਿੰਦੇ ਭਾਈ ਫੇਰੂ ਜੀ ਖੀਸਾ ਕਰ ਤੁਮਰੋ ਸਭ ਆਹੇ। ਆਹਾ ਆਖਿਆ, ਵੇਖੋ ਸਾਹਿਬ ਨੇ ਆਖਿਆ ਤੇਰਾ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ। ਭਾਈ ਫੇਰੂ ਦੀ ਨਿਮਰਤਾ ਵੇਖੋ, ਆਖਿਆ ਪਾਤਸ਼ਾਹ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ। ਮੈਂ ਤਾਂ ਝੋਲੀ ਤੱਡ ਕੇ ਲੈਣ ਵਾਲਿਆਂ ਚੋਂ ਮੰਗਤਾ ਹਾਂ। ਹੱਥ ਵੀ ਤੇਰਾ ਤੇ ਪਾਤਸ਼ਾਹ ਖੀਸਾ ਵੀ ਤੇਰਾ। ਇਹ ਬੇਨਤੀ ਭਾਈ ਫੇਰੂ ਨੇ ਕੀਤੀ। ਜੇ ਮੇਰੋ ਅਵਗਨ ਕੁਛ ਪਾਵੋ। ਮਹਾਰਾਜ ਮੇਰੇ ਵਿੱਚ ਜੇ ਔਗਣ ਹੈ, ਮੇਰੇ ਵਿੱਚ ਕੋਈ ਖਾਮੀ ਹੈ, ਮੇਰੇ 'ਚ ਕੋਈ ਗੁਨਾਹ ਹੈ, ਸੁਆਮੀ ਹੋਏ ਸਜ਼ਾਏ ਫਰਮਾਵੋ। ਮਹਾਰਾਜ ਸੁਆਮੀ ਹੋ ਤੁਸੀਂ, ਮਾਲਕ ਹੋ। ਐਸਾ ਨਹੀਂ ਬਾਕੀ ਮਸੰਦਾਂ ਨੂੰ ਸਜ਼ਾ ਪਈ ਮਿਲਦੀ ਹੈ ਮੈਨੂੰ ਛੱਡ ਦਿਓ। ਜੇ ਮੇਰੇ 'ਚ ਕੋਈ ਕਮੀ, ਮੇਰੀ ਵੀ ਸ਼ਿਕਾਇਤ ਕਿਸੇ ਨੇ ਕੀਤੀ ਹੋਵੇ, ਮੇਰੇ 'ਚ ਵੀ ਕੋਈ ਕਮੀ ਅਵਗਣ ਆ ਰਹੇ ਹਾਂ ਮੈਂ ਮਹਾਰਾਜ, ਤਾਂ ਕਿਰਪਾ ਕਰਕੇ ਮੈਨੂੰ ਵੀ ਸਜ਼ਾ ਦਿਓ। ਤੁਸੀਂ ਮੇਰੇ ਸੁਆਮੀ ਹੋ, ਮੈਨੂੰ ਵੀ ਦੰਡ ਲਾਓ। ਇਸੀ ਰੀਤ ਅਗ ਓਗ ਮਿਟਾਏ। ਇਸੇ ਰੀਤ ਦੇ ਨਾਲ ਮਹਾਰਾਜ ਮੇਰੇ ਅਗ ਓਗ ਜਿਹੜੇ ਨੇ ਉਹ ਮਿਟਾ ਦਿਓ। ਬਖਸ਼ੋ ਲੀਜੇ ਚਰਨ ਮਿਲਾਏ। ਮਹਾਰਾਜ ਮੈਨੂੰ ਬਖਸ਼ ਲਓ, ਮੈਨੂੰ ਆਪਣੇ ਚਰਨਾਂ 'ਚ ਮਿਲਾ ਕੇ ਆ ਭੇਦ ਕਰ ਲਵੋ ਗਰੀਬ ਨਵਾਜ। ਹੇ ਪ੍ਰਭੂ ਖੋਟੇ ਖਰੇ ਤੁਮਾਰੇ। ਹੇ ਸਤਿਗੁਰੂ, ਹੇ ਪ੍ਰਭੂ, ਹੇ ਕਲਗੀਧਰ ਸੁਆਮੀ, ਖੋਟੇ ਖਰੇ ਅਸੀਂ ਸਭ ਤੁਹਾਡੇ ਹੀ ਹਾਂ ਮੇਰੇ ਸਾਹਿਬ ਜੀ। ਚਾਹੇ ਖੋਟੇ ਹਾਂ ਚਾਹੇ ਖਰੇ ਹਾਂ,
ਤੁਹਾਡੇ ਹਾਂ। ਦਾਸ ਸਦਾ ਹੈ ਅਵਗਨਿਆਰੇ। ਮਹਾਰਾਜ ਅਸੀਂ ਆਪ ਜੀ ਦੇ ਦਰ ਘਰ ਦੇ ਸੇਵਕ ਦਾਸ ਹਾਂ, ਸਦਾ ਔਗਣਿਆਰੇ ਹਾਂ। ਭੁੱਲਾਂ ਹੁੰਦੀਆਂ। ਭਾਈ ਫੇਰੂ ਨੇ ਇੱਥੇ ਆਪਣੇ ਨਾਲ ਦੇ ਕੁਝ ਮਸੰਦਾਂ ਦੀ ਸਿਫਾਰਿਸ਼ ਕਰਨ ਵਾਸਤੇ ਬਚਨ ਕਹੇ ਨੇ, ਜਿਹੜੇ ਭਾਈ ਫੇਰੂ ਨੂੰ ਕਹਿੰਦੇ ਭਾਈ ਫੇਰੂ ਤੇਰੀ ਤਾਂ ਸੱਚੀ ਦਾੜੀ ਹੋ ਗਈ, ਅਸੀਂ ਖਾਮੀਆਂ ਕੀਤੀਆਂ, ਸਾਨੂੰ ਵੀ ਬਖਸ਼ਾ ਲੈ, ਤੇਰੇ ਪਿੱਛੇ ਅਸੀਂ ਵੀ ਤਰ ਜਾਈਏ। ਗੁਰਸਿੱਖ ਪਰਉਪਕਾਰੀ ਹੁੰਦੇ ਆ, ਪਰਉਪਕਾਰ ਕਰਦੇ ਆ। ਭਾਈ ਲੱਦਾ ਬਣੋ ਤੁਸੀਂ ਵੀ ਸਾਡੇ ਲਈ, ਭਾਈ ਫੇਰੂ ਜੀ ਤੁਸੀਂ ਵੀ ਸਾਡੇ ਲਈ ਭਾਈ ਲੱਦਾ ਪਰਉਪਕਾਰੀ ਬਣੋ। ਤੋ ਭਾਈ ਫੇਰੂ ਕਹਿਣ ਲੱਗੇ ਮਹਾਰਾਜ ਅਸੀਂ ਭਾਵੇਂ ਖੋਟੇ ਆ ਖਰੇ ਆ, ਹਾਂ ਤਾਂ ਤੁਹਾਡੇ, ਅਵਗਣਿਆਰੇ ਹਾਂ, ਤੇ ਮਹਾਰਾਜ ਤੁਸੀਂ ਬਖਸ਼ਣ ਵਾਲੇ ਬਖਸ਼ੰਦ ਸੁਆਮੀ ਹੋ, ਤੁਸੀਂ ਬਖਸ਼ ਲਓ ਗਰੀਬ ਨਵਾਜ ਜੀ। ਏਕ ਮਸੰਦ ਕੰਬੋਨ ਕੇਰਾ। ਖਾਲਸਾ ਜੀ ਉਸੇ ਇਲਾਕੇ ਦੇ ਵਿੱਚ ਕੰਬੋ ਬਰਾਦਰੀ ਦਾ ਇੱਕ ਮਸੰਦ ਸੀ। ਕੰਬੋ ਗੁਰਸਿੱਖ ਜਿਹੜੇ ਸਨ ਉਸ ਇਲਾਕੇ 'ਚ ਰਹਿਣ ਵਾਲੇ, ਉਹ ਮਸੰਦ ਵੀ ਕੰਬੋ ਬਰਾਦਰੀ ਦੇ ਨਾਲ ਸੰਬੰਧਿਤ ਸੀ। ਗੈ ਕਰ ਤੈਂ ਆਨਿਓ ਤਿਸ ਬੇਰਾ। ਇਹਦੀ ਵੀ ਕੁਝ ਖੋਟ ਸੀ। ਸੇਵਾਦਾਰ ਫੜ ਕੇ ਇਹਨੂੰ ਮਹਾਰਾਜ ਜੀ ਦੇ ਕੋਲ ਲਿਆਏ। ਪ੍ਰਭ ਜਬ ਬੂਝਿਓ ਕੋ ਤੂੰ ਅਹੈਂ। ਪ੍ਰਭੂ ਜੀ ਨੇ ਪੁੱਛਿਆ ਹਾਂ ਬਈ ਤੂੰ ਕੌਣ ਹੈ? ਮੈਂ ਮਸੰਦ ਨੇ ਤਰਾਸਤ ਕਏ। ਇਹ ਡਰਦਾ ਮੁੱਕਰ ਹੀ ਗਿਆ, ਕਹਿੰਦਾ ਮਹਾਰਾਜ ਮੈਂ ਤਾਂ ਮਸੰਦ ਹਾਂ ਹੀ ਨਹੀਂ, ਇਹ ਉਦਾਂ ਹੀ ਫੜ ਲਿਆ ਇਹਦੇ, ਮੈਨੂੰ ਮਸੰਦ ਦੇ ਭੁਲੇਖੇ 'ਚ ਹੀ ਫੜ ਲਿਆ ਇਹਦੇ ਮਹਾਰਾਜ, ਮੈਂ ਮਸੰਦ ਨਹੀਂ ਹਾਂ। ਇਨ ਆਗੇ ਅਰਪਤ ਤਨ ਰਹਿਓ। ਮੈਂ ਇਹਨਾਂ ਅੱਗੇ ਧਨ ਅਰਪਦਾ ਰਿਹਾ ਹਾਂ। ਮੈਂ ਏਕਲ ਹੋਏ ਕਿਤੋਂ ਨ ਲਇਓ। ਹਾਂ ਉਹਨੇ ਭਾਈ ਫੇਰੂ ਦੇ ਉੱਤੇ ਸਾਰਾ ਭਾਂਡਾ ਭੰਨ ਦਿੱਤਾ। ਮਹਾਰਾਜ ਮੈਂ ਮਸੰਦ ਨਹੀਂ, ਮਸੰਦ ਤਾਂ ਇਹ ਆ ਮੈਂ ਜਿਹੜੀ ਮਾਇਆ ਆਉਂਦੀ ਸੀ ਸਾਡੀ ਕੰਬੋ ਭਾਈਚਾਰੇ ਬਰਾਦਰੀ ਦੀ, ਉਹ ਲਿਆ ਕੇ ਮੈਂ ਭਾਈ ਫੇਰੂ ਨੂੰ ਦਿੰਦਾ ਰਿਹਾ, ਮੈਨੂੰ ਨਹੀਂ ਪਤਾ ਇਹ ਤੁਹਾਨੂੰ ਦਿੰਦਾ ਰਿਹਾ ਕਿ ਨਹੀਂ ਦਿੰਦਾ ਰਿਹਾ। ਮਹਾਰਾਜ ਮੈਂ ਤਾਂ ਇਹਨੂੰ ਦਿੰਦਾ। ਭਾਈ ਫੇਰੂ ਜੀ ਉੱਥੇ ਹੀ ਬੈਠੇ ਐਨ ਮੌਕੇ ਤੇ ਇਹ ਵੀ ਆ ਗਿਆ, ਫੜ ਕੇ ਲਿਆਂਦਾ ਸਿੱਖਾਂ ਨੇ। ਰਾਉ ਨਾਮ ਕਹਿਤ ਹੈ ਮੇਰੋ। ਮਹਾਰਾਜ ਮੇਰਾ ਨਾਮ ਰਾਊ ਹੈ, ਰਾਊ ਮਸੰਦ ਮੈਨੂੰ ਕਹਿੰਦੇ ਹਨ। ਲੰਗਰ ਕਰਤ ਨਾਮ ਪ੍ਰਭ ਤੇਰੋ। ਮਹਾਰਾਜ ਮੈਂ ਤੁਹਾਡੇ ਨਾਂ ਦਾ ਲੰਗਰ ਕਰਦਾ ਹਾਂ। ਸੰਗਤ ਜੋ ਕੰਬੋਨ ਕੇਰੀ। ਜਿਹੜੀ ਸਾਡੇ ਕੰਬੋ ਭਾਈਚਾਰੇ ਦੀ ਸੰਗਤ ਹੈ, ਮੈਂ ਉਗਰਾਹਤ ਕਾਰ ਕਨੇਰੀ। ਉਹਨਾਂ ਕੋਲੋਂ ਮੈਂ ਉਗਰਾਹੀ ਕਰਦਾ ਹਾਂ। ਹੈ ਦੀਪਾਲਪੁਰ ਮੇਰੋ ਬਾਸਾ। ਮਹਾਰਾਜ ਦੀਪਾਲਪੁਰ ਨਗਰ ਵਿੱਚ ਮੇਰਾ ਵਾਸਾ ਹੈ। ਰਾਵਰ ਆਸ ਸਦਾ ਪਰਵਾਸਾ। ਇਧਰ ਜਿਹੜਾ ਲੈਲਪੁਰ ਦਾ ਇਲਾਕਾ ਹੈ ਪਾਕਿਸਤਾਨ 'ਚ ਰਹਿ ਗਿਆ, ਉਧਰ ਇਹ ਪਿੰਡ ਹੈ ਦੀਪਾਲਪੁਰ। ਕਹਿੰਦਾ ਜੀ ਉੱਥੇ ਮੇਰਾ ਵਾਸਾ ਹੈ, ਉੱਥੋਂ ਮੈਂ ਸੰਗਤ ਕੋਲੋਂ ਪੈਸੇ ਲੈ ਕੇ ਕੰਬੋ ਭਾਈਚਾਰੇ ਕੋਲੋਂ ਉਹ ਮਹਾਰਾਜ ਜੀ ਮੈਂ ਲੰਗਰ ਲਾਉਂਦਾ ਹਾਂ। ਰਾਵਰ ਆਸ ਸਦਾ ਪਰਵਾਸਾ। ਮਹਾਰਾਜ ਮੈਂ ਤੁਹਾਡੀ ਆਸ ਰੱਖਦਾ, ਤੁਹਾਡਾ ਪ੍ਰਭਾਸਾ ਹੈ। ਸੁਨ ਸਤਿਗੁਰ ਫੇਰੂ ਦਿਸ਼ ਲਇਓ। ਮਹਾਰਾਜ ਜੀ ਨੇ ਭਾਈ ਫੇਰੂ ਵੱਲ ਵੇਖਿਆ, ਹੈ ਪ੍ਰਭ ਇਸੀ ਰੀਤ ਜਿਮ ਕਇਓ। ਮਹਾਰਾਜ ਕਹਿੰਦੇ ਹਾਂ ਫੇਰੂ ਜਾਣਦਾ ਇਹਨੂੰ, ਇਹ ਕੀ ਕਹਿੰਦਾ? ਇਹ ਕਹਿੰਦਾ ਮੈਂ ਮਸੰਦ ਨਹੀਂ, ਮੈਂ ਤਾਂ ਲਿਆ ਕੇ ਭਾਈ ਫੇਰੂ ਨੂੰ ਦਿੰਦਾ, ਇਹ ਲੰਗਰ ਲਾਉਂਦਾ। ਇਦਾਂ ਹੀ ਹੈ। ਭਾਈ ਫੇਰੂ ਕਹਿੰਦੇ ਮਹਾਰਾਜ ਇਦਾਂ ਹੀ ਸਮਝ ਲਓ, ਹੁਣ ਜੇ ਆ ਹੀ ਗਿਆ ਸ਼ਰਨ ਵਿੱਚ ਤੇ ਮਹਾਰਾਜ ਇਹਨੂੰ ਵੀ ਬਖਸ਼ ਲਓ, ਖੋਟੇ ਖਰੇ ਤੁਹਾਡੇ ਹੀ ਹਾਂ। ਕੋਟ ਕਮਾਲੀਏ ਜੋਧ ਮਸੰਦ। ਇਸੇ ਤਰ੍ਹਾਂ ਇੱਕ ਕੋਟ ਕਮਾਲੀਏ ਦਾ ਇਲਾਕਾ ਸੀ, ਉੱਥੋਂ ਦਾ ਭਾਈ ਜੋਧ ਸੀ। ਸੋ ਆਨਿਓ ਸਿੰਘਨ ਕਰ ਬੰਦ। ਉਹ ਵੀ ਫੜ ਕੇ ਲਿਆਂਦਾ ਸਿੱਖਾਂ ਨੇ। ਪੂਜਿਓ ਤਿਸ ਕੋ ਪਿਖਤ ਗੁਸਾਈ। ਉਹਨੂੰ ਵੇਖ ਕੇ ਮਹਾਰਾਜ ਜੀ ਨੇ ਪੁੱਛਿਆ, ਉਹ ਹੈ ਤੂੰ ਕਿਸ ਨਗਰ ਬਸਾਈ। ਆਖਿਆ ਭਾਈ ਤੂੰ ਦੱਸ ਕੌਣ ਹੈ, ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਤਰਾਸ ਪਾਏ ਤਿੰਨ ਜੋਰੇ ਹਾਥ। ਉਹਨੇ ਵੀ ਭਾਈ ਜੋਧ ਮਸੰਦ ਨੇ ਹੱਥ ਜੋੜ ਕੇ ਬੋਲਿਆ, ਨਾਮ ਮੋਏ ਜੋਦੀ ਕਹਿਨਾਤ। ਮਹਾਰਾਜ ਜੀ ਮੈਨੂੰ ਜ਼ੋਹਦ ਹੀ ਕਹਿੰਦੇ ਨੇ ਆਮ ਕਰਕੇ ਜਗਤ ਵਿੱਚ। ਜ਼ੋਹਦ ਕਰੋ ਮੈਂ ਦੇ ਗਿਆ ਚਾਵੋ। ਕਿਉਂਕਿ ਮੈਂ ਤਾਂ ਜ਼ੋਹਦ ਕਰਕੇ, ਜ਼ੋਹਦ ਨਾਮ ਬੰਦਗੀ ਦਾ ਹੁੰਦਾ, ਤੁਹਾਡੀ ਬੰਦਗੀ ਕਰਕੇ ਮੈਂ ਲੰਗਰ ਲਾਉਂਦਾ ਹਾਂ। ਜਾਂ ਤੇ ਜ਼ੋਹਦੀ ਨਾਮ ਕਹਾਵੋ। ਇਸ ਕਰਕੇ ਮੈਨੂੰ ਜ਼ੋਹਦੀ ਵੀ ਕਹਿੰਦੇ ਨੇ, ਜੋਧ ਵੀ ਕਹਿੰਦੇ
ਹਨ। ਪਿਕ ਫੇਰੂ ਦਿਸ਼ ਸੋ ਪੀ ਛੁਟਾਇਓ। ਮਹਾਰਾਜ ਜੀ ਕਹਿੰਦੇ ਹਾਂ ਭਾਈ ਫੇਰੂ ਇਹਨੂੰ ਵੀ ਜਾਣਦਾ ਹੈ। ਭਾਈ ਫੇਰੂ ਕਹਿੰਦੇ ਮਹਾਰਾਜ ਕਿਰਪਾ ਕਰ ਦਿਓ, ਹੈ ਤਾਂ ਸਾਡਾ ਹੀ ਹੈ ਨਾ, ਖੋਟਾ ਖਰਾ ਸਭ ਤੁਹਾਡੇ ਹੀ ਨੇ। ਉਹ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਨੇ 5-7 ਮਸੰਦ ਭਾਈ ਫੇਰੂ ਨਾਲ ਇਹ ਵੀ ਬਖਸ਼ ਦਿੱਤੇ। ਛੁਟਤ ਨਮੋ ਕਰ ਕਰ ਅਰ ਖਾਇਓ। ਨਮਸਕਾਰ ਕਰਕੇ ਬੜਾ ਖੁਸ਼ ਹੋ ਕੇ ਵੀ ਵਿਦਾ ਹੋਇਆ। ਯਾਨੀ ਕਿ ਇੱਥੇ ਦੱਸ ਰਹੇ ਨੇ ਵੀ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਬਖੋਜਲੇ ਹੋਰ ਕੀਤੀ ਛੁੱਟੀ ਨਾਲ। ਫੇਰੂ ਤਾਂ ਮੁਕਤ ਹੋਏ ਹੀ, ਉਹ ਆਪਣੇ ਨਾਲ ਇਹਨਾਂ ਨੂੰ ਵੀ ਕਈਆਂ ਨੂੰ ਮੁਕਤ ਕਰਾ ਗਏ। ਇੱਕ ਮਸੰਦ ਜਗਤਾ ਜਿਸ ਨਾਮੋ। ਇੱਕ ਹੋਰ ਮਸੰਦ ਲਿਆਂਦਾ ਫੜ ਕੇ ਦਾ ਨਾਮ ਭਾਈ ਜਗਤ ਹੈ। ਲਾਪੁਰ ਆਦਿਕ ਸਿੱਖ ਜੇ ਧਾਮੋ। ਇਹ ਲਾਹੌਰ ਸ਼ਹਿਰ ਦੇ ਵਿੱਚ ਜਿਹੜੇ ਸਿੱਖਾਂ ਦੇ ਘਰ ਨੇ ਉੱਥੋਂ ਗਰਾਈ ਕਰਦਾ। ਤਿਨ ਤੇ ਉਗਰਾਹਤ ਗੁਰਕਾਰ। ਉੱਥੋਂ ਗਰਾਈ ਕਰਕੇ ਮਹਾਰਾਜ ਜੀ ਕੋਲ ਲਿਆਉਂਦਾ। ਸੋ ਗਏ ਕਰ ਆਨਿਓ ਦਰਬਾਰ। ਇਹਨੂੰ ਵੀ ਫੜ ਕੇ ਲਿਆਂਦਾ ਸਤਿਗੁਰਾਂ ਕੋਲ। ਬੂਝੇ ਤੇ ਹੋਏ ਦੀਨ ਉਚਾਰਾ। ਜਦੋਂ ਇਹਨੂੰ ਪੁੱਛਿਆ ਦੱਸ ਭਾਈ ਕੌਣ ਹੈ, ਕਿੱਥੋਂ ਆਇਆ, ਇਹ ਦੀਨ ਹੋ ਕੇ ਬੋਲਿਆ ਹੇ ਪ੍ਰਭ ਲੈ ਕਰ ਨਾਮ ਤੁਮਾਰਾ। ਕਹਿਣ ਲੱਗਾ ਮਹਾਰਾਜ ਤੁਹਾਡਾ ਨਾਂ ਲੈ ਕੇ ਮੰਗ ਮੰਗ ਗੁਜ਼ਰਾਨ ਚਲਾਵਾਂ। ਮੰਗ ਮੰਗ ਕੇ ਅਸੀਂ ਆਪਣਾ ਗੁਜ਼ਾਰਾ ਕਰਦੇ, ਤੁਹਾਡਾ ਨਾਮ ਵਰਤਦੇ ਹਾਂ। ਮੈਂ ਮਸੰਦ ਮੈਂ ਨਾਮ ਕਹਾਵਾਂ। ਮਹਾਰਾਜ ਮੈਂ ਮਸੰਦ ਨਹੀਂ ਕਹਾਉਂਦਾ, ਉਦਾਂ ਤੁਹਾਡਾ ਨਾਂ ਲੈ ਕੇ ਗੁਰਾਈ ਜ਼ਰੂਰ ਕਰ ਲੈਣਾ, ਉਦਾਂ ਮੈਂ ਮਸੰਦ ਨਹੀਂ ਹਾਂ। ਵਿਪਰ ਜਾਤ ਮੇਰੀ ਸਭ ਜਾਣੈ। ਮਹਾਰਾਜ ਮੈਂ ਤਾਂ ਬ੍ਰਾਹਮਣ ਹਾਂ ਤੇ ਬਾਹਮਣਾਂ ਦਾ ਕੰਮ ਹੀ ਹੁੰਦਾ ਮੰਗ ਕੇ ਲੈ ਕੇ ਆਉਣਾ। ਫਰਕ ਇਹਨਾਂ ਵੀ ਨਾ ਤੁਹਾਡਾ ਵਰਤ ਲੈਣਾ, ਉਦਾਂ ਮੈਂ ਮਸੰਦ ਕੋਈ ਨਹੀਂ। ਨਾਮ ਗੁਰੂ ਲੈ ਬੇ ਮੁਝ ਮਾਨੈ। ਤੁਹਾਡਾ ਨਾਂ ਲੈਣ ਕਰਕੇ ਮੈਨੂੰ ਲਾਹੌਰ ਸ਼ਹਿਰ ਦੇ ਸਿੱਖ ਪੂਜਦੇ ਮੰਨਦੇ ਨੇ। ਕਿਰਪਾ ਨਿਦਾਨ ਸੁਨਤ ਮੁਚਵਾਏ। ਮਹਾਰਾਜ ਜੀ ਕਿਰਪਾ ਦੇ ਘਰ ਵਿੱਚ ਆਏ ਹਾਂ, ਫੇਰੂ ਇਹਨੂੰ ਵੀ ਛੱਡ ਦਈਏ। ਭਾਈ ਫੇਰੂ ਕਹਿੰਦਾ ਮਹਾਰਾਜ ਜਿਹੜਾ ਤੁਹਾਡਾ ਨਾਂ ਲੈਂਦਾ ਉਹਨੂੰ ਤਾਂ ਜੰਮ ਵੀ ਛੱਡ ਦਿੰਦੇ ਐ। ਇਹ ਤੁਹਾਡਾ ਨਾਂ ਲੈ ਕੇ ਜੇ ਉਗਰਾਹੀ ਕਰਦਾ ਮੰਗ ਕੇ ਆਪਣਾ ਪੇਟ ਭਰਦਾ, ਕਹਿੰਦਾ ਮੈਂ ਮਸੰਦ ਨਹੀਂ ਆ, ਤੇ ਪਾਤਸ਼ਾਹ ਫਿਰ ਇਹਨੂੰ ਵੀ ਛੱਡ ਦਿਓ। ਸਭ ਫੇਰੂ ਕੇ ਸੰਗ ਮਿਲਾਏ। ਇਹ ਸਾਰੇ ਭਾਈ ਫੇਰੂ ਦੇ ਮਤਹਿਤ ਕਰ ਦਿੱਤੇ। ਆਖਿਆ ਫੇਰੂ ਇਹਨਾਂ ਨੂੰ ਸਾਰਿਆਂ ਨੂੰ ਤੂੰ ਆਪਣਾ ਚੇਲਾ ਬਣਾ ਕੇ ਇਹਨਾਂ ਨੂੰ ਗੁਰਮਤ ਤੇ ਗੁਰਸਿੱਖੀ ਦੇ ਸੰਚੇ ਚ ਢਾਲ ਕੇ ਗੁਰਸਿੱਖੀ ਦੇ ਪ੍ਰਚਾਰਕ ਬਣਾ ਕੇ ਅੱਗੇ ਟੋਰਨਾ। ਇਤਨੇ ਮੈਂ ਫਕੀਰ ਮਿਲ ਚਾਰ। ਇਹਨੇ ਨੂੰ 4 ਫਕੀਰ ਹੋਰ ਮਿਲ ਕੇ ਆਏ। ਆਏ ਜਹਾਂ ਲੱਗਿਓ ਦਰਬਾਰ। ਜਿੱਥੇ ਸਤਿਗੁਰਾਂ ਦਾ ਦਰਬਾਰ ਲੱਗਾ ਹੋਇਆ ਸੀ ਉੱਥੇ ਆਏ। ਫੇਰੂ ਕੇ ਚੇਲੇ ਸੁਨ ਪਾਛੇ। ਭਾਈ ਫੇਰੂ ਦੇ ਚੇਲੇ ਸੁਣ ਕੇ ਪਿੱਛੇ ਪਹੁੰਚੇ ਲੈ ਅਕੋਰ ਕੋ ਆਛੇ। ਉਹ ਪਿਟਾਵਾਂ ਲੈ ਕੇ ਪਹੁੰਚੇ। ਚਰਨ ਦਾਸ ਬ੍ਰਿੰਦਾਬਨ ਦੋਏ। ਇਹ ਚਰਨ ਦਾਸ ਤੇ ਬ੍ਰਿੰਦਾਬਨ ਦੋ ਜਿਹੜੇ ਸਾਧ ਹਨ। ਖਾਨ ਸ਼ਾਹੇ ਅਰ ਚੂਖਾ ਸੋਏ। ਇਸੇ ਤਰ੍ਹਾਂ ਖਾਨ ਸ਼ਾਹ ਤੇ ਚੂਖਾ ਇਹਨਾਂ ਦਾ ਨਾਂ ਹੈ। ਬੜਵਾ ਚਪਲ ਸੋਹੇਲੀ ਨਾਮ। ਕਹਿੰਦੇ ਬੜੀ ਚੰਚਲ ਘੋੜੀ ਜਿਹਦਾ ਨਾਮ ਸੁਹੇਲੀ ਹੈ। ਕਰੀ ਕਰੀ ਆਗੇ ਅਬਿਰਾਮ। ਇਹ ਸਤਿਗੁਰਾਂ ਅੱਗੇ ਲਿਆ ਕੇ ਇਹਨਾਂ ਨੇ ਭੇਟ ਕੀਤੀ। ਅਪਰ ਵਸਤ ਸਭ ਆਗੇ ਤਰੀ। ਹੋਰ ਵੀ ਕੁਝ ਵਸਤੂਆਂ ਅੱਗੇ ਲਿਆ ਕੇ ਰੱਖੀਆਂ। ਸ਼੍ਰੀ ਸਤਿਗੁਰ ਕੋ ਅਰਪਨ ਕਰੀ। ਸਤਿਗੁਰੂ ਜੀ ਦੇ ਚਰਨਾਂ 'ਚ ਵਸਤੂਆਂ ਅਰਪਣ ਕੀਤੀਆਂ। ਪੋਤਾ ਚੇਲਾ ਨਾਮ ਸੁਮਾਲੀ। ਇੱਕ ਇਹਨਾਂ ਦਾ ਭਾਈ ਫੇਰੂ ਦਾ ਪੋਤਾ ਚੇਲਾ ਸੀ, ਦਾ ਨਾਂ ਸੀ ਭਾਈ ਮਾਲੀ। ਜਗਤ ਭਗਤ ਦੋਨੋਂ ਲੈ ਮਾਲੀ। ਇੱਕ ਇਹਨਾਂ ਦੇ ਨਾਲ ਭਾਈ ਜਗਤ ਭਾਈ ਭਗਤ ਇਹ ਵੀ ਨਾਲ ਹਨ। ਆਏ ਗੁਰੂ ਕੋ ਬੰਧਨ ਕੀ। ਇਹਨਾਂ ਵੀ ਆਣ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ। ਤੈ ਛਿਨ ਸਕਲ ਬਖਸ਼ ਕਰ ਦੀ। ਸਾਰਿਆਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਡੇਰਾ ਕਰਿਓ ਉਤਰ ਬੇਥਾਨ। ਔਰ ਜਿੱਥੇ ਉਤਰਨ ਦਾ ਥਾਂ ਸੀ ਉੱਥੇ ਭਾਈ ਫੇਰੂ ਜੀ ਦੇ ਨਾਲ ਇਹਨਾਂ ਸਾਰਿਆਂ ਨੇ ਡੇਰਾ ਕੀਤਾ। ਹੋਤ ਪਾਈ ਗੁਰ ਖੁਸ਼ੀ ਮਾਨ। ਕਲਗੀਧਰ ਜੀ ਦੀਆਂ ਬੜੀਆਂ ਖੁਸ਼ੀਆਂ ਇਹਨਾਂ ਤੇ ਹੋਈਆਂ। ਕਿਮ ਮਸੰਦ ਹੋਏ ਵੱਡ ਦੀਨ। ਏਦਾਂ ਮਸੰਦ ਦੀਨ ਹੋਏ। ਲਘੂ ਅਪਰਾਧ ਜਿਨੋਂ ਮੈਂ ਜਿਨ੍ਹਾਂ ਤੇ ਕੋਈ ਛੋਟੀ ਮੋਟੀ ਕਮੀ ਸੀ ਉਹ ਮਹਾਰਾਜ ਜੀ ਨੇ ਬਖਸ਼ ਦਿੱਤੇ। ਜਿਹੜੇ ਖੋਟੇ ਸਨ ਵਿਭਚਾਰੀ ਉਹਨਾਂ ਨੂੰ ਵੱਡਾ ਦੰਡ ਮਿਲਿਆ। ਤਿਆਗ ਦਏ ਬੰਦੇ ਨੇ ਮਾਰੇ। ਉਹ ਤਿਆਗ ਦਿੱਤੇ ਮਹਾਰਾਜ ਜੀ ਨੇ, ਉਹਨਾਂ ਨੂੰ ਬੰਨਿਆ ਨਹੀਂ, ਨਾ ਮਾਰਿਆ। ਲਈ ਨ ਸੰਗਤ ਕਾਰ ਅਗਾਰੇ। ਔਰ ਉਹਨਾਂ ਨੂੰ ਅੱਗੇ ਤੋਂ ਕਹਿ ਦਿੱਤਾ ਕਿ ਮਸੰਦਾਂ ਨੇ ਹੁਣ ਅੱਗੇ ਤੋਂ ਗੁਰੂ ਕੇ ਸਿੱਖਾਂ ਕੋਲੋਂ ਕਾਰ ਨਹੀਂ ਉਗਰਾਣੀ, ਨਾ ਹੀ ਸਿੱਖਾਂ ਨੇ ਇਹਨਾਂ ਨੂੰ ਦੇਣੀ ਹੈ ਕਾਰ। ਇੱਕ ਸਾਲੋ
ਕੀ ਲਖ ਵਡਿਆਈ। ਇੱਕ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਭਾਈ ਸਾਲੋ ਜੀ ਗੁਰਮੁਖ ਪਿਆਰੇ ਹੋਏ ਪੰਜਵੇਂ ਪਾਤਸ਼ਾਹ ਦੇ ਅਨੰਨ ਸੇਵਕ, ਉਹਨਾਂ ਦੀ ਵਡਿਆਈ ਜਾਣਦੇ ਆ। ਉਹਨਾਂ ਦੇ ਕੁੱਲ ਵਿੱਚੋਂ ਵੀ ਇੱਕ ਮਸੰਦ ਸੀ ਰਾਮਦਾਸ ਗੁਰ ਸੇਵ ਕਮਾਈ। ਇਹ ਉਹ ਮਸੰਦ ਸੀ ਜਿਹਨੇ ਭਾਈ ਸਾਲੋ ਜੀ ਦੀ ਵੰਸ਼ ਦੇ ਵਿੱਚ ਜਨਮ ਲਿਆ, ਜਿਹਨੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਭਾਈ ਸਾਲੋ ਨੇ ਦੁਨੀ ਚੰਦ ਤਿਸ ਪੋਤਾ ਜਾਣਿਓ। ਇਹ ਮਸੰਦ ਦਾ ਨਾਂ ਸੀ ਦੁਨੀ ਚੰਦ। ਇਹ ਭਾਈ ਸਾਲੋ ਦਾ ਪੋਤਰਾ ਸੀ। ਇਹਨੂੰ ਵੀ ਮਹਾਰਾਜ ਜੀ ਨੇ ਬਖਸ਼ ਲਿਆ ਭਾਈ ਸਾਲੋ ਦੇ ਨਾਂ ਕਰਕੇ ਵੀ। ਏਡੇ ਵੱਡੇ ਮਹਾਨ ਸਿੱਖ ਦਾ ਇਹ ਪੋਤਰਾ ਹੈ, ਇਹਨੂੰ ਆਪਣੇ ਕੋਲ ਹੀ ਰੱਖ ਲਿਆ। ਦੁਨੀ ਚੰਦ ਤੂੰ ਸਾਡੇ ਕੋਲ ਰਿਹਾ ਕਰ। ਹਤਿਓ ਨਸੋ ਬੰਦਿਓ ਨੈ ਆਨਿਓ। ਇਹਨੂੰ ਨਾ ਮਾਰਿਆ ਤੇ ਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਕਿਸੇ ਪ੍ਰਕਾਰ ਦਾ ਦੰਡ ਦਿੱਤਾ। ਦੁਨੀ ਚੰਦ ਤਾਂ ਬਾਗੀ ਕਥਾ ਆਵੇਗੀ, ਜਦੋਂ ਮਸਤ ਹਾਥੀ ਨਾਲ ਲੜਨ ਨੂੰ ਕਹਿੰਦੇ ਆ ਇਹ ਭੱਜਦਾ ਹੈ। ਪਰ ਇਹਦਾ ਗੁਰੂ ਖਾਲਸਾ ਜੀ ਅੱਗੇ ਪੋਤਰਾ ਸੀ, ਉਹਦਾ ਨਾਂ ਸੀ ਸਰੂਪ ਸਿੰਘ ਦੁਨੀ ਚੰਦ ਦਾ। ਇਹ ਕਲਗੀਧਰ ਦੇ ਚਰਨਾਂ 'ਚ ਆ ਕੇ ਇਹਨੇ ਬੇਨਤੀ ਕਰਕੇ ਮਹਾਰਾਜ ਜੀ ਕੋਲੋਂ ਆਪਣੇ ਦਾਦੇ ਦੀ ਗਲਤੀ ਦੀ ਖਿਮਾ ਯਾਚਨਾ ਕਰਕੇ ਇਹ ਯੁੱਧਾਂ ਜੰਗਾਂ ਦੇ ਵਿੱਚ ਨਾਲ ਸੇਵਾ ਕੀਤੀ ਭਾਈ ਸਰੂਪ ਸਿੰਘ ਨੇ, ਜੋ ਭਾਈ ਦੁਨੀ ਚੰਦ ਜੀ ਦਾ ਅੱਗੋਂ ਪੋਤਰਾ ਸੀ। ਦੁਨੀ ਚੰਦ ਭਾਈ ਸਾਲੋ ਦਾ ਪੋਤਰਾ ਸੀ। ਦੁਨੀ ਚੰਦ ਨੂੰ ਵੀ ਮਹਾਰਾਜ ਜੀ ਨੇ ਬਖਸ਼ ਕੇ ਰੱਖ ਲਿਆ। ਸ਼੍ਰੀ ਅੰਮ੍ਰਿਤਸਰ ਬਾਸ ਸਦਾਈ। ਇਹਨਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਸਾ, ਜਿੱਥੇ ਭਾਈ ਸਾਲੋ ਦਾ ਟੋਭਾ ਹੈ। ਕਾਰ ਲੇਤ ਮਾਝੇ ਸਮੁਦਾਈ। ਮਾਝੇ ਦੇ ਇਲਾਕੇ ਦੇ ਸੰਗਤ ਦੇ ਕੋਲੋਂ ਜਿਹੜੀ ਦਸਵੰਧ ਦੀ ਮਾਇਆ ਸੀ ਉਹ ਇਹ ਲੈਂਦੇ ਸਨ, ਇਕੱਠੀ ਕਰਦੇ ਸਨ। ਨੰਦ ਚੰਦ ਸੰਗਰ ਮੈਂ ਜੋਦਾ। ਇਧਰ ਭਾਈ ਨੰਦ ਚੰਦ, ਇਹ ਵੀ ਬਸੰਦ ਸੀ, ਭਾਈ ਉਮਰ ਸ਼ਾਹ ਦਾ ਪੋਤਰਾ ਸੀ, ਡਰੋਲੀ ਵਾਲੇ ਦਾ। ਭਾਈ ਨੰਦ ਚੰਦ ਨੂੰ ਗੁਰੂ ਸਾਹਿਬ ਨੇ ਆਪਣੇ ਘਰ 'ਚ ਦੀਵਾਨ ਪਦਵੀ ਦੇ ਕੇ ਥਾਪਿਆ। ਭੰਗਾਣੀ ਦੇ ਜੰਗ 'ਚ, ਨਦੌਣ ਦੇ ਜੰਗ ਵਿੱਚ, ਜਿਹੜੇ ਆਨੰਦਪੁਰ ਸਾਹਿਬ ਦੇ ਕੁਝ ਜੰਗ ਹੋਏ ਉਹਨਾਂ ਵਿੱਚ ਭਾਈ ਨੰਦ ਚੰਦ ਜੀ ਨਾਲ ਰਹੇ। ਲਰਿਓ ਰਿਪਨ ਸੋ ਤਰ ਤਰ ਕਰੋਦਾ। ਬੜਾ ਰੋਸ ਕਰਕੇ ਭਾਈ ਨੰਦ ਚੰਦ ਜੀ ਸਤਿਗੁਰਾਂ ਨਾਲ ਰਹਿ ਕੇ ਪਹਾੜੀਆਂ ਨਾਲ ਲੜਦੇ ਰਹੇ। ਰਾਖ ਨਿਕਟ ਸੋ ਨਾਏ ਨ ਮਾਰਾ। ਇਹਨੂੰ ਵੀ ਆਪਣੇ ਖਾਕ ਹੈ ਤਾਂ ਇਹ ਵੀ ਮਸੰਦ ਸੀ, ਇਹਨੂੰ ਵੀ ਮਹਾਰਾਜ ਜੀ ਨੇ ਆਪਣੇ ਕੋਲ ਰੱਖ ਲਿਆ। ਤੋ ਤਿਸ ਭਾਵੀ ਪਕਰ ਸੰਘਾਰਾ। ਪਰ ਜਿਹੜੀ ਭਾਵੀ ਸੀ ਉਹਨੇ ਨੰਦ ਚੰਦ ਨੂੰ ਵੀ ਮਾਰਿਆ। ਨੰਦ ਚੰਦ ਦੀ ਜਿਹੜੀ ਹੋਣੀ ਸੀ ਜਿਵੇਂ ਵਰਤੀ ਹੈ, ਯੋਂ ਜਰ ਗਈ ਮਸੰਦਨ ਕੇਰੀ। ਏਦਾਂ ਗੁਰੂ ਖਾਲਸਾ ਜੀ ਮਸੰਦਾਂ ਦੀ ਜੜ ਪੁੱਟੀ ਗਈ ਗੁਰੂ ਘਰੋਂ। ਜਿਨੋਂ ਸਕੇਲੀ ਕਾਰ ਕਨੇਰੀ। ਜਿਨ੍ਹਾਂ ਨੇ ਸੰਗਤ ਕੋਲੋਂ ਬਹੁਤ ਸਾਰੀ ਮਾਇਆ ਉਗਰਾਈ ਹੋਈ ਸੀ। ਸਿੱਖ ਸੰਗਤ ਪੰਕਤ ਦੁਖ ਦਾਨੀ। ਜਿਹੜੇ ਸਿੱਖ ਸੰਗਤਾਂ ਨੂੰ ਦੁੱਖ ਦਿੰਦੇ ਸਨ ਉਹ ਸਾਰੇ ਪਕੜ ਕੇ ਗੁਰੂ ਗੋਬਿੰਦ ਸਿੰਘ ਕੀ ਨੇ ਹਾਨੀ। ਉਹਨਾਂ ਸਾਰਿਆਂ ਨੂੰ ਫੜ ਕੇ ਦਸਵੇਂ ਪਾਤਸ਼ਾਹ ਜੀ ਨੇ ਸੋਧਾ ਲਾਇਆ। ਮਸੰਦਾਂ ਦੀ ਜੜ ਪੁੱਟੀ ਗਈ। ਨੰਦ ਚੰਦ ਕਿਵੇਂ ਭਾਵੀ ਇਹਨੂੰ ਪ੍ਰੇਰ ਕੇ ਲੈ ਕੇ ਗਈ, ਇਹਦੇ ਤੇ ਕਿਵੇਂ ਹੋਣੀ ਵਰਤੀ ਹੈ। ਕਿਉਂਕਿ ਮਾੜੇ ਕਰਮ ਵੀ ਗੁਰੂ ਖਾਲਸਾ ਜੀ ਕਈ ਵਾਰੀ ਜਿਹੜੇ ਪਰਾਲਬਧ ਬਣ ਜਾਂਦੀ ਹੈ ਉਹ ਆ ਕੇ ਘੇਰ ਲੈਂਦੀ ਹੈ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਕਰਮ ਆ ਜਾਂਦੇ ਉਦੋਂ ਦੂਰ ਵੀ ਭਟਕਣਾ ਪੈਂਦਾ ਕਈਆਂ ਨੂੰ। ਤੋ ਇਸ ਪ੍ਰਕਾਰ ਨਾਲ ਭਾਈ ਨੰਦ ਚੰਦ ਜੀ ਜਿਵੇਂ ਸਤਿਗੁਰਾਂ ਤੋਂ ਬਾਗੀ ਹੋਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ